कमलजीत सिंह, बाज सिंह, गुरबचन सिंह, कलबीर सिंह, कुलवंत सिंह, जसप्रीत सिंह, जसतिंदर सिंह, सरदार निशान सिंह, मनजीत सिंह, डॉक्टर रूप सिंह। ਇਹ ਹਾਜ਼ਰੀ नहीं लग रही जी, ਇਹ नाम SGPC ਦੇ ਵੱਲੋਂ ਬੀਤੇ ਦਿਨ ਅੰਤਰਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਲਿੱਤੇ ਗਏ। ਖਾਸ ਤੌਰ ਦੇ ਉੱਤੇ ਬੈਠਕ ਰੱਖੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ, ਜੋ ਕਮੇਟੀ ਤਿਆਰ ਕੀਤੀ ਗਈ ਸੀ, ਜਿਸ ਕਮੇਟੀ ਨੇ ਇਹ ਰਿਪੋਰਟ ਸਬਮਿਟ ਕੀਤੀ ਕਿ 267 ਸਰੂਪਾਂ ਦੇ ਰਿਕਾਰਡਸ ਨੂੰ ਲੈ ਕੇ ਜੋ ਕੁਝ ਗੜਬੜੀ ਹੋਈ ਹੈ, ਉਸ ਰਿਪੋਰਟ ਦੇ ਆਧਾਰ ਦੇ ਉੱਤੇ SGPC ਨੇ ਕਾਰਵਾਈ ਕੀਤੀ ਅਤੇ ਇਹਨਾਂ ਸਾਰੇ ਮੁਲਾਜ਼ਮਾਂ ਨੂੰ, ਸੇਵਾਦਾਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ, ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ। ਕਿਹਾ ਗਿਆ ਕਿ ਫੌਜਦਾਰੀ ਦੇ ਪਰਚੇ ਦਰਜ ਹੋਣਗੇ। ਇਹ ਵੀ ਕਹਿ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਸਖਤ ਕੀਤੀ ਜਾਏਗੀ। ਲੇਕਿਨ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜੇਕਰ SGPC ਨੇ ਸਾਰੇ ਹੱਕ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇ ਦਿੱਤੇ ਸੀ ਕਿ ਜੀ ਇਸ ਮਾਮਲੇ ਦੇ ਉੱਤੇ ਤੁਸੀਂ ਜੋ ਕਾਰਵਾਈ ਕਰਨਾ ਚਾਹੋ ਉਹ ਕਰੋ। SGPC ਨੇ ਹੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਮੇਟੀ ਤਿਆਰ ਕੀਤੀ। ਕਮੇਟੀ ਨੇ ਆਪਣੀ ਰਿਪੋਰਟ ਭੇਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਆਧਾਰ ਦੇ ਉੱਤੇ, ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਕਰ ਰਹੀ ਹੈ। ਪਹਿਲਾਂ ਇਹ ਸਪਸ਼ਟ ਕਰਨਾ ਬਣਦਾ ਸੀ ਕਿ ਹਾਂ, ਇਹ ਸਾਰੇ ਨਾਂ ਜੋ ਲਿੱਤੇ ਜਾ ਰਹੇ ਨੇ, ਇਸ ਦੀ ਪ੍ਰਵਾਨਗੀ ਵੀ ਲੈ ਲਿੱਤੀ ਗਈ ਹੈ। ਕਾਰਵਾਈ ਤਾਂ ਭਾਵੇਂ ਸਖਤ ਕਰ ਦਿੱਤੀ ਹੋਏ, ਲੇਕਿਨ ਮੁੱਖ ਸਕੱਤਰ ਤੱਕ ਦਾ ਨਾਮ ਆਣਾ ਕਿ ਜੀ ਰਿਕਾਰਡਸ ਦੇ ਵਿੱਚ ਜੋ ਧਾਂਦਲੀ ਹੋਈ, ਉਹਨਾਂ ਧਾਂਦਲੀਆਂ ਦੇ ਵਿੱਚ ਤੁਸੀਂ ਕੋਈ ਸਖਤ ਕਾਰਵਾਈ ਨਹੀਂ ਕੀਤੀ। ਇਹ ਮੁੱਖ ਸਕੱਤਰ ਹੁਣ ਤੋਂ ਨਹੀਂ, ਪਹਿਲੇ ਤੋਂ ਨਹੀਂ, ਇਹਨਾਂ ਦੀ ਸੇਵਾਵਾਂ ਲੰਬੀਆਂ ਚੱਲਦੀਆਂ ਨਜ਼ਰ ਆ ਰਹੀਆਂ ਸੀ। ਲੇਕਿਨ ਬਹਿਰਾਲ ਅੱਜ ਦੇ ਸਵਾਲ ਕਈ ਖੜੇ ਇਹ ਹੁੰਦੇ ਨੇ ਕਿ ਇਹ ਸਖਤ ਕਾਰਵਾਈ ਹੈ ਜਾਂ ਸਿਰਫ ਖਾਨਾ ਪੂਰਤੀ। ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ ਪ੍ਰੋਗਰਾਮ ਤੁਹਾਡਾ ਕੀ ਕਹਿਣਾ ਹੈ ਦੇ ਵਿੱਚ। ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਵਿਚਾਰ ਕਰਾਂਗੇ, ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸੰਗਤਾਂ ਜੇਕਰ ਜੁੜ ਸਕਣ ਅਕਾਲ ਚੈਨਲ ਦੇ ਨਾਲ, ਤੁਸੀਂ ਆਪਣੇ ਵਿਚਾਰ ਵੀ ਸਾਂਝੇ ਜ਼ਰੂਰ ਕਰੋ ਜੀ। ਜਾਣਕਾਰੀ ਸੀ ਤੁਹਾਨੂੰ ਦੇ ਦਈਏ ਕਿ ਜੂਨ ਦੇ ਅਖੀਰਲੇ ਹਫਤੇ ਦੇ ਵਿੱਚ ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਕਿ ਜੀ ਅਜਿਹਾ ਇੱਕ ਅੰਕੜਾ ਸਾਹਮਣੇ ਆ ਰਿਹਾ ਹੈ 267 ਸਰੂਪਾਂ ਦਾ, ਜੋ ਸਾਫ਼ ਤੌਰ ਦੇ ਉੱਤੇ ਇਹੀ ਇਸ਼ਾਰਾ ਕਰ ਰਿਹਾ ਹੈ ਕਿ ਇਹ ਸਰੂਪ ਕਿਤੇ ਸਾਲ 2016 ਦੇ ਵਿੱਚ ਵਾਪਰੀ ਗੁਰੂ ਰਾਮਸਰ ਸਾਹਿਬ ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਕਿਤੇ ਜੋ ਅੱਗ ਲੱਗੀ ਸੀ, ਉਸ ਦੇ ਵਿੱਚ ਕਿਤੇ ਅਗਨ ਭੇਟ ਤਾਂ ਨਹੀਂ ਹੋ ਗਏ ਸੀ। ਇਹ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ ਦੇ ਵੱਲੋਂ। ਉਸੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਅਤੇ ਕਹਿ ਦਿੱਤਾ ਕਿ ਜੀ ਇਹ ਜੋ ਆਰਗੇਨਾਈਜੇਸ਼ਨ ਹੈ, ਇਸ ਦਾ ਕੋਈ ਹੱਕ ਨਹੀਂ ਬਣਦਾ ਵੈਸੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦਾ। ਲੇਕਿਨ SGPC ਦਾ ਰਿਟਾਇਰਡ ਇੱਕ ਮੁਲਾਜ਼ਮ, ਉਸਨੇ ਜਾ ਕੇ ਜੋ ਆਪਣੀ ਜਾਣਕਾਰੀ ਆਪਣੇ ਸਮਝ ਦੇ ਮੁਤਾਬਕ ਸਾਂਝੀ ਕੀਤੀ, ਉਸ ਦੇ ਆਧਾਰ ਦੇ ਉੱਤੇ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਬਾਅਦ ਦੇ ਵਿੱਚ ਜਿਸ ਵੇਲੇ ਮਾਮਲੇ ਨੇ ਤੂਲ ਫੜੀ, ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਥੋੜੀ ਹਰਕਤ ਦੇ ਵਿੱਚ ਆਈ। ਪਤਾ ਤਾਂ ਪਹਿਲਾਂ ਹੀ ਸੀ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜੇਕਰ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਵੀ ਤਾਂ ਉਲਟਾ ਆਪਣੇ ਪੈਰਾਂ ਤੇ ਆ ਕੇ ਰੁਕ ਜਾਣੀ ਇਹ ਸਾਰੀ ਕਹਾਣੀ। ਇਸੇ ਕਰਕੇ ਬੜੇ ਹੀ ਸਤਿਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਬੇਨਤੀ ਕੀਤੀ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੀ ਕਾਰਵਾਈ ਤੁਸੀਂ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ। ਇੱਕ ਕਮੇਟੀ ਤਿਆਰ ਕਰ ਦਿੱਤੀ ਗਈ। ਭਾਵੇਂ ਉਸ ਕਮੇਟੀ ਨੂੰ ਤਿਆਰ ਕਰਨ ਅਤੇ ਕਮੇਟੀ ਦੀ ਜਾਂਚ ਸ਼ੁਰੂ ਹੋਣ ਦੇ ਵਿੱਚ ਥੋੜਾ ਕੁ ਸਮਾਂ ਜ਼ਰੂਰ ਲੱਗਾ, ਲੇਕਿਨ ਉਸ ਕਮੇਟੀ ਨੇ ਆਪਣੀ ਰਿਪੋਰਟ ਵੀ ਸੌਂਪ ਦਿੱਤੀ। ਹੁਣ ਇਹ ਰਿਪੋਰਟ ਤਾਂ ਸੌਂਪ ਦਿੱਤੀ ਗਈ, ਹੁਣ ਇਹ ਕਾਰਵਾਈ ਕਿਸ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈ, ਜਾਂ ਤਾਂ ਉਸ ਰਿਪੋਰਟ ਦੀ ਕਾਪੀ ਵੀ ਜ਼ਰੂਰ ਜਨਤਕ ਕੀਤੀ ਜਾਂਦੀ। ਲੇਕਿਨ ਹਾਂ, ਜਨਤਕ ਜੇਕਰ ਕਰ ਵੀ ਦਿੰਦੇ ਨੇ ਤਾਂ ਅੱਜ ਇਹ ਸਵਾਲ ਖੜਾ ਹੁੰਦਾ ਹੈ ਕਿ ਹਮੇਸ਼ਾ ਅੱਜ ਦੇ ਦੌਰ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਇੱਕ ਵੱਡਾ ਹਥਿਆਰ ਹੈ, ਕੱਲ ਨੂੰ ਜੋ ਨਾਮ ਅਸੀਂ ਸ਼ੁਰੂਆਤ ਦੇ ਵਿੱਚ ਲਿੱਤੇ ਨੇ, ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਆ ਕੇ ਇਹ ਗੱਲ ਕਹਿ ਦੇਵੇ ਕਿ ਜੀ SGPC ਦਾ ਜੋ ਫੈਸਲਾ ਹੈ ਉਹ ਗਲਤ ਹੈ, ਉਸ ਦੇ ਉੱਤੇ ਸਵਾਲ ਖੜੇ ਕਰੇ ਅਤੇ ਨਾਲ ਦੀ ਨਾਲ ਇਹ ਵੀ ਗੱਲ ਕਹੇ
कि साडे कोल भी अजिहे तत्थ ने जो असी भी सामने रखना चाहते हैं, तद कि SGPC उन्होंने मौका देगी या नहीं। कार्रवाई सख्त हुई है, इसकी शलाघा भी करनी बनती है, क्योंकि आने वाले समय दे विच जेकर प्रिंटिंग प्रैस धन धन साहिब श्री गुरु ग्रंथ साहिब जी के महाराज जी के सरूप तैयार करने के लिए प्रिंटिंग प्रैस हैगी है, तो उस दे विच धांधली किसी तरीके की ना होए। वेखण नूं पाया गया कि जो जिलत दे ठेके दिते जांदे सी उस दे विच भी धांधली हुई, क्लर्क तक ने अपना हिस्सा लिता। ये श्रोमणी गुरुद्वारा प्रबंधक कमेटी कहती है, लेकिन सख्त कार्रवाई जेकर हो रही है तो इसकी सख्ताई कद तक इस तरीके दे नाल कायम रहेगी कि अज चलिया SGPC का डंडा, कल वाले अजिहे उन्हां दे अपने निजी हितां दे राखी करने वाले मुलाजमां दे लई कोई चेतावनी भी दिंदा है या नहीं। ये भी एक सवाल बनता है जिस दे उत्ते SGPC अपना थोड़ा ढांचा दा सुधारन की कोशिश करे। हुण इत्थे एक गल आके रुकदी है कि जेकर जून के महीने दे विच, असीं वार-वार जून के महीने की इस करके गल कर रहे हैं क्योंकि मनुखी अधिकार ऑर्गेनाइजेशन ने उस वेले अपने वल्लों कोशिश की सी कि जानकारी हासिल करने की कोशिश की जाए कि 267 स्वरूप रिकॉर्ड्स दे विच मेनटेन क्यों नहीं हो पा रहे। उस तो बाद ये पूरा मामला सुर्खियां दे विच आया सी। दीप सिद्धू एक जाना माना चेहरा, एक अदाकार, उन्होंने तो इत्थों तक कह दिता कि ये स्वरूप अमृतसर तो चले गए ने कानपुर, RSS विच जोड़ती हुई नजर आई। लेकिन उसका भी खंडन करदियां होइयां श्री अकाल तख्त साहिब के जथेदार उन्होंने साफ तौर के उत्ते कहा सी कि जी किसी भी तरीके दे नाल जेकर तुसी पंथ दे मसलियां दे उत्ते दो पाड़ करने की कोशिश करोगे तो वह व्यक्ति असली सिख नहीं होएगा। लेकिन गुजारिश इस वेले यही है कि आने वाले समयां दे विच अजिहे रिकॉर्ड्स मुड़ तो खराब ना होण, उस दे लई SGPC की कुछ करेगी कि आने वाले समय दे विच अजिहा अकाउंट्स का अजिहा खरड़ा कुछ तैयार किया जाएगा, अपना वखरा विभाग, चंगा विभाग SGPC तैयार कर पाएगी जिस दे विच वो अपने मुलाजमां नूं चंगी तनख्वाह इस करके देवे तां जो कि वो मुलाजम भ्रष्ट ना होवे, ताकि वो मुलाजम 4 पैसे वध कमाने के चक्कर दे विच अजिहे रिकॉर्ड्स दे नाल खिलवाड़ ना करे, जो रिकॉर्ड्स अगे जाके ये सवाल खड़ा कर देण कि जी महाराज का स्वरूप कित्थे है, कित्थे है गुरु ग्रंथ साहिब जी का स्वरूप। जानकारी तुहाडे नाल जो सांझी कर रहे हैं इस दे विच असीं जानकारी दे दईए, साडी टीम तुहानूं 2 बाइट्स सुनाएगी बीते दिन दियां, जिस वेले धन धन साहिब श्री गुरु ग्रंथ साहिब जी के महाराज के स्वरूप नूं लैके जो कुछ रिपोर्ट सबमिट की गई सी श्री अकाल तख्त साहिब, उत्थे ये पूरा जो मामला पहुंचा SGPC ने अपनी कार्रवाई की है। गोबिंद सिंह लोंगोवाल श्रोमणी गुरुद्वारा प्रबंधक कमेटी के प्रधान का तुहानूं बयान भी सुनावांगे, किस तरीके दे नाल उन्होंने अपनी गल सांझी की अते कहा कि सख्त कार्रवाई होएगी। जिस वेले बयान तैयार होवे तो मैनूं जानकारी दे दी जाए। तो ये बयान सुनते हैं असीं सब तो पहला गोबिंद सिंह लोंगोवाल का, उस तो बाद इसे बयान का अगला भाग भी तुहानूं सुनावांगे। पहला सुनो पहला भाग। श्री गुरु ग्रंथ साहिब जी के उठे मामले नूं जांच करन संबंधी और समुची अंतर कमेटी वालों तह दिलों धन्नवाद किया जाता है। इस तो इलावा जांच कमिशन के मुखी डॉक्टर ईसर सिंह एडवोकेट, बीबी हरप्रीत कौर एडवोकेट, बीबी हरलीन कौर सीए का उचेचे तौर पर डूंघाई नाल जांच करने वास्ते तह दिलों धन्नवाद किया जाता है। श्रोमणी गुरुद्वारा प्रबंधक कमेटी बड़ियां कुर्बानियां तो बाद होंद विच आई ਅਤੇ ਇਸ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਸਮੁੱਚੀ ਦੇਖਭਾਲ, ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਅਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਰਬ ਸਾਂਝੀ ਬਾਲਤਾ ਦੇ ਉਦੇਸ਼ ਨੂੰ ਪੁੱਜਦਾ ਕਰਨਾ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੈਂਬਰ, ਅਧਿਕਾਰੀ, ਕਰਮਚਾਰੀ ਅਤੇ ਸੰਸਥਾ ਨਾਲ ਜੁੜਿਆ ਹਰ ਵਿਅਕਤੀ ਆਪਣੇ ਫਰਜ਼ਾਂ ਅਤੇ ਅਧਿਕਾਰਾਂ ਦੀ ਪਹਿਚਾਣ ਕਰੇ। ਮੌਜੂਦਾ ਮਸਲੇ ਨੇ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਸਵੈ ਪੜਚੋਲ ਕਰਨ ਤੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਚੇਤੰਨ ਹੋਣ ਵਾਸਤੇ ਝੰਜੋੜਿਆ ਹੈ। ਸੰਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਾਹਿਬਾਨ ਤੇ ਗੁਰੂ ਘਰ ਦੀ ਸੇਵਾ ਵਿੱਚ
ਕੁਤਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਅਨੁਸਾਰ ਹੇਠ ਲਿਖੇ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਬੇਈਮਾਨੀ ਸੰਸਥਾ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਸੀਂ ਉਸ ਵੇਲੇ ਹੀ ਜਾਗਾਂਗੇ ਜਿਸ ਵੇਲੇ ਕੋਈ ਹੋਰ ਸੰਸਥਾ ਆ ਕੇ ਸਾਨੂੰ ਝੰਜੋੜੇਗੀ ਅਤੇ ਕਹੇਗੀ ਸੁੱਤੇ ਪੈਰੋਕਾਰੋ ਜਾਗੋ, ਸੁੱਤੇ ਪ੍ਰਬੰਧਕੋ ਜਾਗੋ, ਸੁੱਤੇ ਪ੍ਰਧਾਨੋ ਜਾਗੋ, ਤੁਹਾਡੀ ਨੱਕ ਥੱਲੇ ਇਹ ਸਭ ਕੁਝ ਹੋ ਰਿਹਾ, ਤੁਹਾਨੂੰ ਪਤਾ ਨਹੀਂ। ਇਹ ਜਦ ਤੱਕ ਕੋਈ ਹੋਰ ਸੰਸਥਾ ਆ ਕੇ ਸਾਨੂੰ ਨਹੀਂ ਝੰਜੋੜੇਗੀ ਤਦ ਤੱਕ ਸਾਡੇ ਕੋਲੋਂ ਇਹ ਕੰਮ ਹੋਣਾ ਨਹੀਂ। ਸਾਲ 2016 ਤੋਂ ਲੈ ਕੇ 2015 ਤੱਕ ਦਾ ਜੋ ਕੁਝ ਵਾਪਰਿਆ ਸੀ, ਸੋ ਮਾਫ ਕਰਨਾ 2015 ਤੋਂ ਲੈ ਕੇ 16 ਦੇ ਵਿੱਚ ਜਿਸ ਵੇਲੇ ਬੇਦਬੀਆਂ ਦਾ ਦੌਰ ਸ਼ੁਰੂ ਹੋਇਆ ਸੀ, ਉਸ ਵੇਲੇ 2016 ਦੇ ਵਿੱਚ ਮਈ ਦੇ ਮਹੀਨੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅੱਗ ਲੱਗਦੀ ਹੈ, ਘਟਨਾ ਵਾਪਰਦੀ ਹੈ। ਕਹਿੰਦੇ ਨੇ ਪੂਰੇ ਪ੍ਰਧਾਨ, ਪੂਰੇ ਕਮੇਟੀ ਉੱਥੇ ਪਹੁੰਚ ਜਾਂਦੀ ਹੈ। ਉਸ ਵੇਲੇ ਪ੍ਰਧਾਨ ਅਵਤਾਰ ਸਿੰਘ ਮੱਕੜ, ਉਹਨਾਂ ਨੇ ਕਿਹਾ ਕਿ ਸਿਰਫ 4 ਤੋਂ 5 ਸਰੂਪ ਨੁਕਸਾਨੇ ਗਏ ਨੇ, ਲੇਕਿਨ ਸਾਲ 2016 ਤੋਂ ਲੈ ਕੇ 2020 ਤੱਕ ਦੇ ਰਿਕਾਰਡਸ ਦੇ ਵਿੱਚ ਜੇਕਰ 267 ਸਰੂਪਾਂ ਦੀ ਕਹਿ ਲਈਏ ਰਿਕਾਰਡ ਮੇਨਟੇਨ ਨਹੀਂ ਕੀਤਾ ਗਿਆ, ਖਾਨਾ ਪੂਰਤੀ ਕੀਤੀ ਗਈ ਹੈ, ਤਾਂ ਕਿ ਇਹ ਸਮਝਿਆ ਜਾਏ ਕਿ ਸਾਲ 2005 ਤੋਂ ਲੈ ਕੇ ਹੁਣ ਤੱਕ ਕਿਸ ਤਰੀਕੇ ਦੇ ਨਾਲ ਵਾਪਰਿਆ ਹੋਏਗਾ, ਕਿਸ ਤਰੀਕੇ ਦੇ ਨਾਲ ਰਿਕਾਰਡ ਮੇਨਟੇਨ ਕੀਤੇ ਗਏ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸੰਗਤਾਂ ਦਾ ਭਰੋਸਾ, ਸੰਗਤਾਂ ਦਾ ਵਿਸ਼ਵਾਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਵੇਂ ਮੁੱਦਾ ਜੋ ਮਰਜ਼ੀ ਹੋਵੇ ਆਪਣੀ ਕੁਰਬਾਨੀਆਂ ਨੂੰ ਮੁੜ ਤੋਂ ਦੁਹਰਾਉਂਦੀ ਹੈ। ਉਹਨਾਂ ਕੁਰਬਾਨੀਆਂ ਨੂੰ ਜਿਸ ਕੁਰਬਾਨੀਆਂ ਦੇ ਸਦਕਾ ਗੁਰਦੁਆਰਾ ਲਹਿਰ ਜਿਸ ਵੇਲੇ ਸ਼ੁਰੂ ਹੋਈ ਮਹੰਤਾਂ ਦੇ ਖਿਲਾਫ, ਉਸ ਵੇਲੇ ਜੋ ਕੁਝ ਮੋਰਚੇ ਲਾਏ ਗਏ, ਉਸ ਵੇਲੇ ਦੀਆਂ ਕੁਰਬਾਨੀਆਂ ਨੂੰ ਚੇਤੇ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਜੋ ਕਿ ਅਸੀਂ ਅੱਜ ਦੇ ਸਮੇਂ ਦੇ ਵਿੱਚ ਨਵੇਂ ਦੌਰ ਦੇ ਵਿੱਚ ਉਹਨਾਂ ਕੁਰਬਾਨੀਆਂ ਨੂੰ ਚੇਤੇ ਵੀ ਰੱਖੀਏ ਅਤੇ ਇਹਨਾਂ ਸੇਵਾਵਾਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਥੋੜ ਨਾ ਆਣ ਦਈਏ। ਲੇਕਿਨ ਜਿਸ ਵੇਲੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੀ ਕਿਉਂ ਹੋ ਰਿਹਾ ਹੈ ਭ੍ਰਿਸ਼ਟਾਚਾਰ, ਕਿ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਪਾ ਰਹੇ, ਇਸ ਕਰਕੇ ਉਹਨਾਂ ਨੂੰ ਵਾਧੂ ਪੈਸਾ ਬਾਹਰੋਂ ਕਮਾਉਣ ਦੇ ਲਈ ਕਿਤੇ ਹੋਰ ਹੱਥ ਪੱਲਾ ਮਾਰਨਾ ਪੈ ਰਿਹਾ, ਕਿ ਤੁਸੀਂ ਉਹਨਾਂ ਦੀ ਦੇਖਭਾਲ ਨਹੀਂ ਕਰ ਪਾ ਰਹੇ। ਦੇਖਭਾਲ ਦਾ ਮਤਲਬ ਸਮੇਂ ਸਿਰ ਤਨਖਾਹ ਪਾ ਦਿਓ, ਉਹਨਾਂ ਨੂੰ ਇਹ ਸੋਚਣ ਦਾ ਮੌਕਾ ਤੱਕ ਨਾ ਦਿਓ ਕਿ ਜੇਕਰ ਅੱਜ 4 ਤਰੀਕ ਤਨਖਾਹ ਨਾ ਆਈ ਤਾਂ 5 ਤਰੀਕ ਤੋਂ ਉਹ ਇਹ ਨਾ ਸੋਚਣਾ ਸ਼ੁਰੂ ਕਰਨ ਕਿ ਕੀ ਕੁਝ ਸਾਜੋ ਸਮਾਨ ਪਿਆ ਜਿਸ ਦੇ ਨਾਲ ਮੈਂ ਥੋੜਾ ਆਪਣਾ ਹੁਨਰ ਵੀ ਦਿਖਾ ਦਾਂ ਤੇ ਆਪਣੇ 4 ਪੈਸੇ ਵੀ ਕਮਾ ਲਾਂ। ਇਹ 4 ਪੈਸੇ ਕਮਾਉਣ ਦਾ ਜੋ ਇੱਕ ਬੁਖਾਰ ਸ਼ੁਰੂ ਹੁੰਦਾ ਹੈ, ਉਹ ਇੱਕ ਬੁਖਾਰ ਦੂਸਰੇ ਤੱਕ ਪਹੁੰਚਦਾ ਹੈ, ਉਹੀ ਬੁਖਾਰ ਤੀਸਰੇ ਤੱਕ, ਫਿਰ ਉਹ 1 ਪੈਸੇ ਦੀ ਚੋਰੀ ਕਦ 1 ਕਰੋੜ ਦੀ ਚੋਰੀ ਬਣ ਜਾਏ, ਇਸ ਦਾ ਹਿਸਾਬ SGPC ਲਾਂਦੀ ਵੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ। 1000 ਕਰੋੜ ਤੋਂ ਵੱਧ ਦਾ ਕਹਿੰਦੇ ਨੇ ਜਿਸ ਵੇਲੇ ਗੱਲ ਹੁੰਦੀ ਹੈ ਉਸ ਵੇਲੇ ਪੂਰੀ ਜਾਣਕਾਰੀ ਪਿਛਲੇ ਸਾਲਾਂ ਦੀ ਦੱਸ ਦਿੱਤੀ ਜਾਂਦੀ ਹੈ, ਕਿੰਨੇ ਕੁ ਖਰਚਾ ਕੀਤਾ ਗਿਆ। ਮੋਟਾ ਲਾ ਲਈਏ ਕਿ 2005 ਤੋਂ ਲੈ ਕੇ ਹੁਣ ਤੱਕ 1000 ਕਰੋੜ ਤੋਂ ਵੱਧ ਦਾ ਖਰਚਾ ਸਿਰਫ ਤੇ ਸਿਰਫ ਧਰਮ ਪ੍ਰਚਾਰ ਦੇ ਉੱਤੇ ਕੀਤਾ ਗਿਆ ਹੋਵੇਗਾ। ਲੇਕਿਨ ਅਜਿਹੇ ਧਰਮ ਪ੍ਰਚਾਰ ਤੋਂ ਬਾਅਦ ਹਾਸਲ ਕੀ ਹੋਇਆ? ਅਜਿਹੇ ਬੇਦਬੀਆਂ ਦੇ ਮਾਮਲੇ ਜਿਸ ਦੇ ਉੱਤੇ SGPC ਚੌਕਸ ਹੈ ਵੀ ਜਾਂ ਨਹੀਂ ਇਹ ਪਤਾ ਨਹੀਂ। ਸਖਤ ਕਾਰਵਾਈ ਦੀ ਗੱਲ ਕਰਦਿਆਂ ਹੋਇਆਂ ਫੌਜਦਾਰੀ ਦੇ ਪਰਚੇ ਦਰਜ ਕੀਤੇ ਗਏ ਨੇ। ਕਹਿੰਦੇ ਨੇ ਕਿ ਕਮਲਜੀਤ ਸਿੰਘ ਜੋ ਸੇਵਾ ਮੁਕਤ ਹੋ ਚੁੱਕੇ ਨੇ, ਉਹਨਾਂ ਦੇ ਫੰਡ ਰਿਲੀਜ਼ ਹੋਣੇ ਸੀ, ਲੇਕਿਨ ਉਹਨਾਂ ਫੰਡਾਂ ਨੂੰ ਇਸ ਵੇਲੇ ਫਰੀਜ਼ ਕਰ ਦਿੱਤਾ ਜਾਏ, ਇਹ ਫੰਡ ਰਿਲੀਜ਼ ਨਾ ਹੋਣ ਤਾਂ ਜੋ ਕਿ ਕਾਰਵਾਈ ਸਹੀ ਤਰੀਕੇ ਦੇ ਨਾਲ ਹੋ ਜੇ। 4 ਪੈਸੇ ਕਿਸੇ ਦੇ ਤੁਸੀਂ ਹੁਣ ਜੇਕਰ ਰੋਕ ਰਹੇ ਹੋ, ਉਹ ਕਾਰਵਾਈ ਦੇ ਵਿੱਚ ਕਿਵੇਂ ਸਫਲ ਹੋਣਗੇ? ਕਿ ਤੁਸੀਂ ਨੈਗੋਸ਼ੀਏਸ਼ਨ ਕਰੋਗੇ ਬਾਅਦ ਦੇ ਵਿੱਚ ਕਿ ਬਈ ਹੁਣ ਤੇਰੇ ਅਸੀਂ ਫੰਡ ਨਹੀਂ ਛੱਡ ਰਹੇ ਤੇ ਤੁਸੀਂ ਹੁਣ ਆਪਣੀ ਗਲਤੀ ਮੰਨ ਲਓ, ਗਲਤੀ ਮੰਨ ਕੇ ਬਾਹਰ ਹੋ ਜਾਓ, ਫੰਡ ਤੁਹਾਡੇ ਪਏ ਨੇ ਦਫ਼ਤਰ ਦੇ ਵਿੱਚ। ਇਹ ਵੀ ਕਈ ਵਾਰ ਹੁੰਦਾ ਹੋਇਆ ਹੈ। SGPC ਇੱਕ ਅਜਿਹਾ ਸੰਸਥਾ ਜਿਸ ਨੂੰ ਕਿਹਾ ਜਾਂਦਾ ਹੈ ਕਿ ਜੀ ਪੰਥ ਦੀ ਸਰਮੋਰ ਜਥੇਬੰਦੀ ਹੈ, ਪੰਥ ਦੀ ਅਜਿਹੀ ਅਗਵਾਈ ਕਰਦੀ ਹੈ ਜਿੱਥੇ ਕਿਸੇ ਵੀ ਇੱਕ ਸਿੱਖ ਨੂੰ ਪਹੁੰਚ ਕੇ ਆਪਣੀ ਗੱਲ ਰੱਖਣ ਦਾ ਹੱਕ ਹੈ, ਆਪਣੇ ਗਿਲੇ ਸ਼ਿਕਵੇ ਰੱਖਣ ਦਾ ਹੱਕ ਹੈ। ਲੇਕਿਨ ਅਜਿਹੀ ਸੰਸਥਾ ਆਪਣੇ ਹੀ ਵਿਭਾਗਾਂ ਨੂੰ ਜੇਕਰ ਸਹੀ ਤਰੀਕੇ ਦੇ ਨਾਲ ਚਲਾ ਨਹੀਂ ਪਾ ਰਹੀ ਤਾਂ ਮੌਕਾ ਸੰਗਤਾਂ ਨੂੰ ਦੇਣਾ ਚਾਹੀਦਾ ਹੈ ਇੱਕ ਵਾਰ ਮੁੜ ਤੋਂ ਕਿ ਚੋਣਾਂ ਹੋਣ, ਅਜਿਹੀ ਜਥੇਬੰਦੀ, ਅਜਿਹਾ ਇੱਕ ਢਾਂਚਾ ਤਿਆਰ ਕੀਤਾ ਜਾ ਸਕੇ ਜੋ ਥੋੜਾ ਦਰੁਸਤਗੀ ਦੇ ਨਾਲ ਕੰਮ ਤਾਂ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਿਸ ਤਰੀਕੇ ਦੇ ਨਾਲ ਦੱਸਦੇ ਹੋਏ ਨਜ਼ਰ ਆਏ ਕਿ ਕਿਹੜਾ ਮੁਲਾਜ਼ਮ ਸੀ
ਕੀ ਨਾਮ ਸੀਗੇ, ਕਿਸ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਖਤਾਈ ਦੇ ਨਾਲ ਵੇਖਿਆ ਜਾਏਗਾ। ਬਰਖਾਸਤਗੀਆਂ ਕਿੰਨੀਆਂ ਕੁ ਹੋਈਆਂ ਨੇ, ਬੀਤੇ ਦਿਨ ਜਾਣਕਾਰੀ ਉਹਨਾਂ ਨੇ ਦਿੱਤੀ, ਤੁਹਾਨੂੰ ਇਹ ਉਹਨਾਂ ਦਾ ਬਿਆਨ ਸੁਣਾਉਂਦੇ ਹਾਂ। ਸੰਗਤਾਂ ਸਾਨੂੰ ਕਾਲ ਕਰ ਸਕਦੀਆਂ ਨੇ। ਪ੍ਰੋਗਰਾਮ ਤੁਹਾਡਾ ਕੀ ਕਹਿਣਾ ਦੇ ਵਿੱਚ ਇਸ ਤੋਂ ਬਾਅਦ ਹੁਣ ਕਾਲ ਲਾਈਨਸ ਸ਼ੁਰੂ ਨੇ, ਤੁਸੀਂ ਫੋਨ ਕਰ ਸਕਦੇ ਹੋ ਜੀ 0121 551 1001। ਵਿਚਾਰ ਤੁਸੀਂ ਆਪਣੇ ਸਾਂਝੇ ਕਰ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ SGPC ਦੇ ਢਾਂਚੇ ਨੂੰ ਦਰੁਸਤ ਕਰਨ ਦੇ ਲਈ ਕੀ ਕੁਝ ਜ਼ਰੂਰੀ ਹੈ, ਕਿ ਪੜ੍ਹੇ ਲਿਖੇ ਨੌਜਵਾਨਾਂ ਦੀ ਜ਼ਰੂਰਤ ਹੈ, ਕਿ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਸੂਝਵਾਨ ਨੇ, ਜਾਂ ਅਜਿਹਿਆਂ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਆਪਣਾ ਹੱਥ ਤਾਂ ਚਮਕਾ ਲਿੱਤਾ, ਹੁਣ ਜੇਕਰ ਸਿਆਸਤ ਦੇ ਵਿੱਚ ਫੇਲ ਨੇ ਤਾਂ ਆਜੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੂਹੇ ਤੁਹਾਡੇ ਲਈ ਖੁੱਲੇ ਹੀ ਨੇ। ਸੁਣੋ ਗੋਬਿੰਦ ਸਿੰਘ ਲੋਂਗੋਵਾਲ ਨੇ ਕੀ ਕੁਝ ਕਿਹਾ, ਕਿਸ ਦੇ ਉੱਤੇ ਹੋਈ ਕਿਹੜੀ ਕਾਰਵਾਈ, ਉਸ ਤੋਂ ਬਾਅਦ ਮੁੜ ਤੋਂ ਹਾਜ਼ਰ ਹੋਣੇ ਆ। ਸਰਦਾਰ ਕਮਲਜੀਤ ਸਿੰਘ ਜੀ CGL ਸਹਾਇਕ ਸੁਪਰਵਾਈਜ਼ਰ ਜੋ ਪਹਿਲਾਂ ਸੇਵਾ ਮੁਕਤ ਹੋ ਚੁੱਕਾ ਹੈ, ਇਹਨਾਂ ਦੇ ਫੰਡ ਰਿਲੀਜ਼ ਕਰਨ ਤੋਂ ਤੁਰੰਤ ਰੋਕ ਲਗਾਈ ਜਾਂਦੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ ਅਤੇ ਰਿਕਾਰਡ ਵਿੱਚ ਹੇਰਾਫੇਰੀ, ਖੁਰਦ-ਬੁਰਦ, ਧੋਖਾਧੜੀ ਦਾ ਫੌਜਦਾਰੀ ਪਰਚਾ ਦਰਜ ਕਰਵਾਇਆ ਜਾਵੇਗਾ। ਬਾਜ ਸਿੰਘ ਕਲਰਕ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ। ਇਸ ਦੇ ਖਿਲਾਫ ਸਰਦਾਰ ਕਮਲਜੀਤ ਸਿੰਘ ਦੇ ਨਾਲ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਸਰਦਾਰ ਗੁਰਬਚਨ ਸਿੰਘ ਮੀਤ ਸਕੱਤਰ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਉਪਰੋਕਤ ਦੋਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਦਲਵੀਰ ਸਿੰਘ ਹੈਲਪਰ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ। ਇਹਨਾਂ ਤਿੰਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਕੁਲਵੰਤ ਸਿੰਘ ਜਿਲਦਸਾਜ, ਸਰਦਾਰ ਜਸਪ੍ਰੀਤ ਸਿੰਘ ਜਿਲਦਸਾਜ, ਇਹਨਾਂ ਦਾ ਜਿਲਦਾਂ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ। ਸਤਿੰਦਰ ਸਿੰਘ ਮੀਤ ਸਕੱਤਰ ਫਾਈਨਾਂਸ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਨਿਸ਼ਾਨ ਸਿੰਘ ਮੀਤ ਸਕੱਤਰ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਰੂਪ ਸਿੰਘ ਜੀ ਮੁੱਖ ਸਕੱਤਰ, ਇਹਨਾਂ ਵੱਲੋਂ ਆਪਣੇ ਅਹੁਦੇ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਜੋ ਪ੍ਰਵਾਨ ਕੀਤਾ ਜਾਂਦਾ ਹੈ। ਇਹਨਾਂ ਉੱਤੇ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਸਰਦਾਰ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ, ਇਹ ਅਹੁਦੇ ਦੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਰਹੇ। ਇਹਨਾਂ ਦਾ ਹੇਠਲੇ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਤੋੜ-ਮੋੜ ਕਰਨ ਦਾ ਪਤਾ ਲੱਗਣ ਦੇ ਬਾਵਜੂਦ ਕੋਈ ਐਕਸ਼ਨ ਨਾ ਲੈਣਾ ਮੁਲਾਜ਼ਮਾਂ ਨਾਲ ਮਿਲੀ ਭੁਗਤ ਦਾ ਸੰਕੇਤ ਦਿੰਦਾ ਹੈ। ਉਂਝ ਵੀ ਸੰਸਥਾ ਦਾ ਮੁੱਖ ਪ੍ਰਸ਼ਾਸਕ ਹੋਣ ਕਰਕੇ ਜ਼ਿੰਮੇਵਾਰ ਹੈ। ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਤਿੰਦਰ ਸਿੰਘ ਕੋਹਲੀ, ਚਾਰਟਰਡ ਅਕਾਊਂਟ SS ਕੋਹਲੀ ਐਂਡ ਐਸੋਸੀਏਟਸ, ਇਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਿਲਾਫ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੁਝਾਰ ਸਿੰਘ ਸਹਾਇਕ ਅਕਾਊਂਟੈਂਟ, ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ, ਇਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ। ਸਰਦਾਰ ਪਰਮਜੀਤ ਸਿੰਘ ਜੀ ਇੰਚਾਰਜ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇੱਕ ਗੁਰਮੁਖ ਸਿੰਘ ਸੁਪਰਵਾਈਜ਼ਰ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਅਗਲੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਨਰਲ ਸਕੱਤਰ ਸਾਹਿਬ ਦੀ ਅਗਵਾਈ ਵਿੱਚ ਇੱਕ ਸਬ ਕਮੇਟੀ ਬਣਾਈ ਜਾਵੇਗੀ ਜੋ ਸਾਰੇ ਕਾਨੂੰਨੀ ਪੱਖਾਂ ਤੇ ਦੂਜੇ ਪੱਖਾਂ ਨੂੰ ਲੈ ਕੇ ਜਿਹੜਾ ਇਹ ਦੇਖਣਗੇ ਤੇ ਪਰਚੇ ਦਰਜ ਕਰਵਾਉਣਗੇ। ਡਾਕਟਰ ਰੂਪ ਸਿੰਘ ਦਾ ਵੀ ਨਾਮ ਵਿੱਚ ਆਇਆ। ਮੁੱਖ ਸਕੱਤਰ ਤੱਕ ਜੇਕਰ ਪਹੁੰਚਿਆ ਸੀ ਇਹ ਪੂਰਾ ਖਰੜਾ, ਜਿਸ ਦੇ ਵਿੱਚ ਨਾਮ ਸਾਰੇ ਕਲਰਕ ਤੋਂ ਲੈ ਕੇ ਹੈਲਪਰ ਤੋਂ ਲੈ ਕੇ ਮੁਲਾਜ਼ਮਾਂ ਦਾ ਨਾਮ ਆਇਆ, ਤਾਂ ਇਹ ਜ਼ਿੰਮੇਵਾਰੀ ਕੀ SGPC ਦੇ ਪ੍ਰਧਾਨ ਦੀ ਨਹੀਂ ਬਣਦੀ ਕਿ ਉਹ ਵੀ ਆਪਣੇ ਅਹੁਦੇ ਤੋਂ ਜ਼ਿੰਮੇਵਾਰੀ ਦੇ ਤਹਿਤ ਅਸਤੀਫਾ ਦੇ ਦੇਣ? ਸੰਗਤਾਂ ਇਹ ਵੀ ਇਸ ਵੇਲੇ ਸਵਾਲ ਕਰ ਰਹੀਆਂ ਨੇ। ਇਹ ਸਵਾਲ ਇਸ ਕਰਕੇ ਬਣਨੇ
ਬੇहद ਜ਼ਰੂਰੀ ਹੋ ਜਾਂਦੇ ਨੇ, ਕਿਉਂਕਿ ਜਿਸ ਸੰਸਥਾ ਦੇ ਵਿੱਚ ਅਜਿਹੀ ਵੱਡੀ ਕਾਰਵਾਈ ਹੋ ਰਹੀ ਹੋਵੇ ਤਾਂ ਤੁਸੀਂ ਆਪ ਕਿਵੇਂ ਇੱਕ ਕਦਮ ਪਿੱਛੇ ਰਹਿ ਸਕਦੇ ਹੋ, ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤਾਂ ਪੜਚੋਲ ਲਿਓ ਕਿ ਮੇਰੇ ਵੱਲੋਂ ਤਾਂ ਕਿਤੇ ਕੋਈ ਅਜਿਹੀ ਕੁਤਾਹੀ ਨਹੀਂ ਵਰਤੀ ਗਈ, ਕਿ ਮੇਰੇ ਵੱਲੋਂ ਇੱਥੇ ਕੋਈ ਢਿੱਲ ਤਾਂ ਨਹੀਂ ਵਰਤੀ ਗਈ, ਜਿੱਥੇ ਅਜਿਹੇ ਮਾਮਲੇ ਲਗਾਤਾਰ ਵੱਧਦੇ ਰਹੇ। ਇੱਕ ਇਕੱਠਾ ਨਹੀਂ ਹੋਇਆ ਹੋਏਗਾ ਕਿ 267 ਸਰੂਪਾਂ ਦੇ ਰਿਕਾਰਡ ਨੂੰ ਮੇਨਟੇਨ ਕਰਨ ਦੇ ਵਿੱਚ ਜਾਂ ਉਸ ਦੇ ਵਿੱਚ ਆਪਣਾ ਨਿੱਜੀ ਫਾਇਦਾ ਦੇਖਣ ਦੇ ਵਿੱਚ ਇਹਨਾਂ ਸਾਰੇ ਮੁਲਾਜ਼ਮਾਂ ਨੇ ਇਕੱਠਿਆਂ ਕੋਈ ਕੰਮ ਕੀਤਾ ਹੋਏ। ਇਹ ਇੱਕ ਤੋਂ ਕਹਾਣੀ ਸ਼ੁਰੂ ਹੋਈ ਹੋਏਗੀ, ਧੀਰੇ ਧੀਰੇ ਕਰਦਿਆਂ ਇਹ ਆંકੜਾ 267 ਜਾਂ ਇਸ ਤੋਂ ਵੱਧ ਵੀ ਹੋ ਸਕਦਾ ਹੈ। ਇਹ ਤਾਂ ਰੱਬ ਜਾਣੇ ਹਲੇ ਕਿੰਨੇ ਕੁ ਘੱਟ ਇਹ ਸਭ ਕੁਝ ਰਿਕਾਰਡਸ ਨੂੰ ਦਿਖਾਉਣ ਦੀ, ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲ ਚੈਨਲ ਦੇ ਦਰਸ਼ਕ ਕਾਲ ਕਰ ਸਕਦੇ ਨੇ ਅਕਾਲ ਚੈਨਲ ਦੇ ਦਫ਼ਤਰ ਅਤੇ ਪ੍ਰੋਗਰਾਮ ਤੁਹਾਡਾ ਕੀ ਕਹਿਣਾ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਇਹਨਾਂ ਵਿਚਾਰਾਂ ਦੇ ਵਿੱਚ ਤੁਸੀਂ ਇਹ ਵੀ ਕਹਿ ਸਕਦੇ ਹੋ, ਇਹ ਦੱਸ ਸਕਦੇ ਹੋ ਕਿ ਜੀ ਆਉਣ ਵਾਲੇ ਸਮੇਂ ਦੇ ਵਿੱਚ SGPC ਨੂੰ ਕਿਸ ਤਰੀਕੇ ਦੇ ਨਾਲ ਮੁੜ ਤੋਂ ਇੱਕ ਤਰੀਕੇ ਦੇ ਨਾਲ ਰਿਵਾਈਵ ਹੋਣਾ ਚਾਹੀਦਾ। ਮਕਸਦ ਇਹ ਹੈਗਾ ਕਿ ਅਜਿਹੇ ਨੌਜਵਾਨ ਸਾਹਮਣੇ ਆਉਣ, ਅਜਿਹੇ ਚਿਹਰੇ ਹੋਣ ਜਿਨ੍ਹਾਂ ਦੇ ਉੱਤੇ ਇਹ ਵਿਸ਼ਵਾਸ ਕੀਤਾ ਜਾ ਸਕੇ, ਜੋ ਦੋਗਲੇ ਨਾ ਹੋਣ, ਜਿਨ੍ਹਾਂ ਨੂੰ ਇਹ ਨਾ ਹੋਏ ਕਿ ਕੋਈ ਨਹੀਂ ਜੀ, ਜੇਕਰ SGPC ਦੇ ਕਿਸੇ ਅਹੁਦੇ ਤੋਂ ਸਾਨੂੰ ਕੱਲ ਨੂੰ ਹਟਾ ਵੀ ਦਿੱਤਾ ਜਾਂਦਾ ਹੈ ਜਾਂ ਸੰਗਤਾਂ ਮੁੜ ਤੋਂ ਸਾਨੂੰ ਨਹੀਂ ਚੁਣਦੀਆਂ ਤਾਂ ਫਿਰ ਸਾਡੇ ਲਈ ਪੋਲੀਟੀਕਲ ਕਰੀਅਰ ਤਾਂ ਖੜਾ ਹੀ ਖੜਾ ਹੈ। ਅਜਿਹੇ ਨੌਜਵਾਨ ਨਾ ਹੋਣ, ਨੌਜਵਾਨ ਹੋਣ ਅਜਿਹੇ ਜੋ ਨਿਰੋਲ ਸਿਰਫ ਤੇ ਸਿਰਫ ਧਰਮ ਪ੍ਰਚਾਰ ਦੇ ਲਈ ਅੱਗੇ ਆਉਣਾ ਚਾਹਣ, ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਆਪਣੇ ਵੱਲੋਂ ਸੇਵਾ ਕਰਨੀ ਚਾਹਣ। ਸੇਵਾ ਅਜਿਹੀ ਨਾ ਹੋਏ ਕਿ SGPC ਦਾ ਪ੍ਰਧਾਨ ਜਾਂ ਕੋਈ ਵੀ ਅਜਿਹਾ ਉੱਚ ਅਧਿਕਾਰੀ ਕਿਸੇ ਵੀ ਗੁਰਦੁਆਰੇ ਪਹੁੰਚੇ ਤਾਂ ਅੱਗੇ ਪਿੱਛੇ ਗੱਡੀਆਂ ਸਰਕਾਰੀ ਲੱਗੀਆਂ ਹੋਣ ਤੇ ਉਸ ਤੋਂ ਬਾਅਦ ਤੁਹਾਨੂੰ ਸਿਕਿਉਰਿਟੀ ਮਿਲੇ, ਗਾਰਡ ਮਿਲੇ। ਅਜਿਹੀ ਕਾਦੀ ਸੇਵਾ, ਇਹ ਸੇਵਾ ਕਾਦੀ? ਇਸ ਦੇ ਉੱਤੇ ਵੀ ਕਈ ਵਾਰ ਸੰਗਤਾਂ ਜਿਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਵੇਲੇ ਤਸਵੀਰਾਂ ਵੇਖ ਲੈਣ ਤਾਂ ਸਵਾਲ ਇਹੀ ਹੁੰਦਾ ਹੈ ਕਿ ਜੀ ਇਹ ਗੱਡੀਆਂ ਦਾ ਕਾਫਲਾ ਤੁਰਿਆ, ਇਹ ਸੇਵਾਦਾਰ ਆਏ ਨੇ ਜਾਂ ਮਾਲਕ ਆਏ ਨੇ? ਮਾਲਕ ਕਾਦੇ? ਸੰਗਤਾਂ ਨੇ ਚੁਣ ਕੇ ਬਿਠਾਇਆ ਇੱਕ ਕਮੇਟੀ ਨੂੰ, ਮੁੜ ਤੋਂ ਚੋਣਾਂ ਹੋਣਗੀਆਂ ਤਾਂ ਉਸ ਵੇਲੇ ਵੀ ਜੇਕਰ ਸਤਿਕਾਰ ਤੁਹਾਨੂੰ ਮਿਲਿਆ ਤਾਂ ਇਸੇ ਤਰੀਕੇ ਦੇ ਨਾਲ ਇਹ ਸਤਿਕਾਰ ਕਾਇਮ ਰਹੇਗਾ। ਕੋਸ਼ਿਸ਼ ਕਰਾਂਗੇ ਕਈ ਸੱਜਣ ਸਾਡੇ ਨਾਲ ਅਸੀਂ ਸ਼ਾਰਟਲਿਸਟ ਕੀਤੇ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ। ਡਾਕਟਰ ਰੂਪ ਸਿੰਘ ਨੂੰ ਵੀ ਕੋਸ਼ਿਸ਼ ਕਰਾਂਗੇ, ਟਰਾਈ ਕਰੀਏ ਜੇਕਰ ਉਹ ਫੋਨ ਦੇ ਉੱਤੇ ਆਉਣ। ਵੈਸੇ ਤਾਂ ਉਹ ਹਮੇਸ਼ਾ ਕਹਿ ਚੁੱਕੇ ਨੇ ਕਿ ਜੀ ਮੈਂ ਫੋਨ ਦੇ ਉੱਤੇ ਗੱਲਬਾਤ ਕਰਨੀ ਮੁਨਾਸਬ ਨਹੀਂ ਸਮਝਦਾ। ਜੇਕਰ ਕੋਸ਼ਿਸ਼ ਕਰਾਂਗੇ ਪੰਜਾਬ ਵਾਲੇ ਆਪਾਂ ਰਿਪੋਰਟਰ ਨੂੰ ਕਹਿ ਕੇ, ਤਜਿੰਦਰ ਭਾਜੀ ਨੂੰ ਕਹਿ ਕੇ ਕਿ ਜੀ ਡਾਕਟਰ ਰੂਪ ਸਿੰਘ ਦੇ ਨਾਲ ਗੱਲਬਾਤ ਕੀਤੀ ਜਾਏ, ਕਿਉਂਕਿ ਉੱਥੇ ਉਹ ਹਮੇਸ਼ਾ ਵਿਚਰਦੇ ਰਹਿੰਦੇ ਨੇ। ਸੰਗਤਾਂ ਤੱਕ ਜੋ ਅਸੀਂ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਜੀ ਸਾਲ 2016 ਦੇ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਘਟਨਾ ਵਾਪਰਦੀ ਹੈ, ਘਟਨਾ ਅੱਗ ਲੱਗਣ ਦੀ। ਗੁਰਦੁਆਰਾ ਸਾਹਿਬ ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਵਾਪਰੀ ਇਸ ਘਟਨਾ ਦੇ ਵਿੱਚ ਫਾਇਰ ਬ੍ਰਿਗੇਡ ਜਿਸ ਵੇਲੇ ਮੌਕੇ ਦੇ ਉੱਤੇ ਪਹੁੰਚਦੀ ਹੈ, ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੀ ਬਿਆਨ ਦਰਜ ਹੋਏ ਸੀ ਕਿ ਜੀ ਜਿਸ ਵੇਲੇ ਅੱਗ ਲੱਗੀ ਹੋਈ ਸੀ, ਅੱਗ ਕਾਫੀ ਜ਼ਿਆਦਾ ਭਿਆਨਕ ਸੀ। ਅੱਗ ਇੰਨੀ ਕੁ ਜ਼ਬਰਦਸਤ ਲੱਗੀ ਹੋਈ ਸੀ ਕਿ ਲੋਹੇ ਦੀਆਂ, ਲੱਕੜ ਦੀਆਂ ਅਲਮਾਰੀਆਂ ਵੀ ਅੰਦਰ ਪੂਰੀ ਰਾਖ ਹੋ ਗਈਆਂ। ਲੇਕਿਨ ਬਾਅਦ ਦੇ ਵਿੱਚ ਇਹ ਸਵਾਲ ਖੜਾ ਹੋਣਾ ਸ਼ੁਰੂ ਹੋਇਆ ਕਿ ਜੀ ਜੇਕਰ ਅਜਿਹੀ ਵੱਡੀ ਅੱਗ ਲੱਗੀ ਸੀ ਤਾਂ ਸਿਰਫ 3 ਤੋਂ 4 ਜੇਕਰ ਸਰੂਪ ਨੁਕਸਾਨੇ ਗਏ ਨੇ ਤਾਂ ਇੱਕ ਬੱਸ ਭਰ ਕੇ ਸਰੂਪਾਂ ਦੀ ਕਿਉਂ ਭੇਜੀ ਗਈ ਹੈ ਸੰਸਕਾਰ ਦੇ ਲਈ? ਇਹ ਸਵਾਲ ਖੜਾ ਕੀਤਾ ਗਿਆ ਸੀ। ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ ਕਹਿੰਦੀ ਹੈ ਕਿ ਸਾਲ 2015 ਦੇ ਵਿੱਚ ਵਾਪਰਿਆ ਬਰਗਾੜੀ ਬੇਦਬੀ ਕਾਂਡ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜੋ ਜ਼ਿੰਮੇਵਾਰੀ ਬਣਦੀ ਸੀ ਉਹ ਨਿਭਾਈ ਨਹੀਂ ਗਈ। ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਉੱਤੇ ਜੋ ਸਵਾਲ ਖੜੇ ਹੋਏ, ਜਿਸ ਨੂੰ ਲੈ ਕੇ ਸਰਕਾਰ ਨਾ ਸਪਸ਼ਟੀਕਰਨ ਦੇ ਸਕੀ, ਨਾ ਸਹੀ ਕਾਰਵਾਈ ਕਰ ਸਕੀ। ਸਾਲ 2017 ਦੇ ਵਿੱਚ ਸਰਕਾਰ ਨੂੰ ਉਸ ਦਾ ਹਰਜ਼ਾਨਾ ਵੀ ਭੁਗਤਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁੜ ਤੋਂ ਬਣ ਨਹੀਂ ਸਕੀ। ਲੇਕਿਨ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਣੀ ਸ਼ੁਰੂ ਹੋਈ ਕਿ ਜੀ ਅੱਗ ਲੱਗਣ ਦੀ ਘਟਨਾ ਦੇ ਵਿੱਚ ਕਿ 4 ਤੋਂ 5 ਸਰੂਪ ਹੀ ਨੁਕਸਾਨੇ ਗਏ ਸੀ, ਜਾਂ ਰਿਕਾਰਡ ਦੇ ਵਿੱਚ ਜੋ ਨਜ਼ਰ ਆ ਰਿਹਾ ਕਿ 267 ਸਰੂਪ ਇਸ ਵੇਲੇ ਮੇਨਟੇਨਡ ਨਹੀਂ ਹੋ ਪਾ ਰਹੇ। ਰਿਕਾਰਡ ਆਪਸ ਦੇ ਵਿੱਚ ਮੇਲ ਨਹੀਂ ਖਾ ਰਿਹਾ। ਜੇਕਰ ਛਪਾਈ ਹੋਈ ਤਾਂ ਕਿੱਥੇ ਗਏ? ਜੇ ਕਿੱਥੇ ਗਏ ਨੇ ਤਾਂ ਉਹ ਕਿਸਨੇ ਲਿੱਤੇ? ਕਿੱਥੇ ਉਹ ਦਸਤਖਤ ਨੇ? ਕਿਹੜੇ ਉਹ ਕਾਗਜ਼ ਨੇ? ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਕਿ ਜੀ ਹੋ ਸਕਦਾ ਹੈ ਕਿ ਉਸ ਅੱਗ ਦੀ ਘਟਨਾ ਦੇ ਵਿੱਚ ਹੀ ਇਹ ਸਰੂਪ ਨੁਕਸਾਨੇ ਗਏ ਹੋਣ, ਲੇਕਿਨ ਸਿੱਖ ਸੰਗਤਾਂ ਨੂੰ ਇਸ ਦੀ ਜਾਣਕਾਰੀ ਨਾ ਦਿੱਤੀ ਗਈ ਹੋਏ। ਜਾਣਕਾਰੀ ਨਾ ਦੇਣ ਦਾ ਇੱਕੋ ਮਕਸਦ ਬਣਦਾ ਹੈ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਕ ਹੋਰ ਵੱਡਾ ਧਾਰਮਿਕ ਦਬਾਅ ਪੈਦਾ ਹੋ ਸਕਦਾ ਸੀ।
ਉਹਨਾਂ ਦਿਨਾਂ ਦੇ ਵਿੱਚ। ਭਾਵੇਂ ਦਬਾਅ ਪੈਦਾ ਹੁੰਦਾ ਚਾਹੇ ਨਾ ਪੈਦਾ ਹੁੰਦਾ, ਸੰਗਤਾਂ ਨੇ ਆਪਣਾ, ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾਇਆ ਹੋਇਆ ਸੀ ਕਿ ਜੀ ਜੇਕਰ ਹੁਣ ਮੌਕਾ ਦੇਣਾ ਹੈ ਤਾਂ ਕਿਹਨੂੰ ਦੇਣਾ ਹੈ। ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮੌਜੂਦਾ ਸਰਕਾਰ ਨੇ ਵੀ ਆਪਣੇ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ, ਜਾਂਚ ਕਮਿਸ਼ਨ ਤਿਆਰ ਕੀਤੇ ਗਏ, ਲੇਕਿਨ ਉਹ ਵੀ ਸਫਲ ਹੁੰਦੇ ਹੋਏ ਨਜ਼ਰ ਨਹੀਂ ਆਏ। ਲੇਕਿਨ ਅੱਜ ਦੀ ਗੱਲ ਜੇਕਰ ਅਸੀਂ ਕਰ ਲਈਏ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਚਾਰਜ ਸ਼ੀਟ ਸੌਂਪੀ ਜਾਏਗੀ, ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਉੱਤੇ ਹੁਣ ਵੇਖਣਾ ਹੋਏਗਾ ਕਿ ਕਾਰਵਾਈ ਕੀ ਕੁਝ ਹੁੰਦੀ ਹੈ। ਬਹਿਰਾਲ ਸੰਗਤਾਂ ਕਾਲ ਕਰ ਸਕਦੀਆਂ ਨੇ, ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਪ੍ਰੋਗਰਾਮ ਤੁਹਾਡਾ ਕੀ ਕਹਿਣਾ ਦੇ ਵਿੱਚ, ਜੇਕਰ ਤੁਸੀਂ ਹੁਣ ਨਾਸ਼ਤੇ ਤੋਂ ਫ੍ਰੀ ਹੋ ਚੁੱਕੇ ਹੋ, ਬੀਬੀਆਂ ਜੇਕਰ ਕਿਚਨ ਤੋਂ ਹੁਣ ਜੇਕਰ ਫ੍ਰੀ ਹੋ ਚੁੱਕੀਆਂ ਨੇ, ਤਾਂ ਤੁਸੀਂ ਜੁੜ ਸਕਦੇ ਹੋ ਕਾਲ ਚੈਨਲ ਦੇ ਨਾਲ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਜੀ, ਕਿਉਂਕਿ ਜਿਸ ਵੇਲੇ ਸੰਗਤਾਂ ਨਾਲ ਜੁੜਦੀਆਂ ਨੇ ਇੱਕ ਵੱਖਰਾ ਨਜ਼ਰੀਆ ਇਸ ਪੂਰੇ ਮੁੱਦੇ ਦੇ ਨਾਲ ਜੁੜਿਆ ਹੋਇਆ ਵੇਖਣ ਨੂੰ ਮਿਲਦਾ ਹੈ। ਦੂਰ ਦਰਾਡੇ ਬੈਠੀਆਂ ਸੰਗਤਾਂ ਜੋ ਇਸ ਵੇਲੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, UK, ਯੂਰਪ ਦੇ ਵਿੱਚ ਇਸ ਵੇਲੇ ਕਾਲ ਚੈਨਲ ਦੇ ਨਾਲ ਜੁੜੀਆਂ ਨੇ, ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ। ਕਈ ਫੇਸਬੁੱਕ ਦੇ ਉੱਤੇ ਜੋ ਪਰਿਵਾਰ ਇਸ ਵੇਲੇ ਜੁੜੇ ਹੋਏ ਨੇ, ਜੋ ਸੰਗਤਾਂ ਜੁੜੀਆਂ ਹੋਈਆਂ ਨੇ, ਇੱਕ ਸਿੰਘ ਸਾਹਿਬ ਕਹਿੰਦੇ ਨੇ ਕਿ ਜੀ ਇਹ ਤਾਂ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜੀ ਸਖਤ ਕਾਰਵਾਈ ਪਹਿਲਾਂ ਹੀ ਕੀਤੀ ਜਾਵੇ। ਅਗਲੇ ਸਾਡੇ ਫੇਸਬੁੱਕ ਦੇ ਉੱਤੇ ਜੋ ਜੁੜੇ ਹੋਏ ਨੇ ਉਹ ਕਹਿੰਦੇ ਨੇ ਸਿੰਘ ਸਾਹਿਬ ਕਿ ਜੀ ਇਹ ਸਿਰਫ ਪੱਲਾ ਝਾੜਨ ਦਾ ਕੰਮ ਕੀਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਲੌਂਗੋਵਾਲ ਨੂੰ ਸਿਰਫ ਇਹਨਾਂ ਕੰਮਾਂ ਵਾਸਤੇ ਹੀ ਬਿਠਾਇਆ। ਅਜਿਹੇ ਕਮੈਂਟਸ ਇਸ ਵੇਲੇ ਫੇਸਬੁੱਕ ਤੇ ਆ ਰਹੇ ਨੇ। ਫੇਸਬੁੱਕ ਦਾ ਵੀ ਧੰਨਵਾਦ ਕਰਦੇ ਹਾਂ। ਫੇਸਬੁੱਕ ਦੇ ਉੱਤੇ ਜੋ ਸਾਡੇ ਨਾਲ ਵਿਊਅਰਸ ਜੁੜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਵੇਲੇ ਕਾਲ ਚੈਨਲ ਦੇ ਨਾਲ ਜੁੜ ਕੇ ਇਸ ਮੁੱਦੇ ਦੇ ਉੱਤੇ ਜੋ ਜਾਣਕਾਰੀ ਕਾਲ ਚੈਨਲ ਤੁਹਾਡੇ ਨਾਲ ਸਾਂਝੀ ਕਰ ਰਿਹਾ, ਜੋ ਫੈਕਟਸ ਪਿਛਲੇ ਸਾਂਝਾ ਕਰ ਰਿਹਾ, ਉਸ ਦੇ ਉੱਤੇ ਤੁਸੀਂ ਆਪਣਾ ਸਮਾਂ ਦੇ ਰਹੇ ਹੋ, ਤੁਸੀਂ ਵੀ ਅਪਡੇਟ ਹੋ ਰਹੇ ਹੋ, ਤੇ ਅਪਡੇਟ ਤੁਸੀਂ ਵੀ ਅੱਗੇ ਸੰਗਤਾਂ ਨੂੰ ਜ਼ਰੂਰ ਕਰਿਓ ਕਿ ਜੀ ਜੇਕਰ ਅਜਿਹੇ ਮਾਮਲੇ ਸਾਹਮਣੇ ਆਉਣ ਤੇ ਉਸ ਦੇ ਉੱਤੇ ਹੋ ਰਹੀ ਕਾਰਵਾਈ ਦੇ ਉੱਤੇ ਇਸ ਕਰਕੇ ਸਵਾਲ ਖੜਾ ਕੀਤਾ ਜਾਏ ਕਿਉਂਕਿ ਕਾਰਵਾਈ ਸਹੀ ਹੈ ਜਾਂ ਨਹੀਂ, ਇਹ ਹਮੇਸ਼ਾ ਸਵਾਲਾਂ ਦੇ ਘੇਰੇ ਦੇ ਵਿੱਚ ਪੈਂਦਾ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਤਜਿੰਦਰ ਭਾਜੀ ਜੁੜੇ ਹੋਏ ਨੇ ਪੰਜਾਬ ਤੋਂ। ਤਜਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਜਿੰਦਰ ਜੀ, ਜਿਸ ਤਰੀਕੇ ਦੇ ਨਾਲ 267 ਸਰੂਪ ਦੇ ਰਿਕਾਰਡ ਮੇਨਟੇਨ ਕਰਨ ਦੇ ਕਾਰਵਾਈ ਕੀਤੀ ਗਈ ਹੈ SGPC ਦੇ ਵੱਲੋਂ, ਕਿਹਾ ਇਹ ਜਾਂਦਾ ਸੀ ਕਿ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉਹਨਾਂ ਦੇ ਹੱਥ ਦੇ ਵਿੱਚ ਹੈਗਾ ਕਾਰਵਾਈ ਕਿਸ ਤਰੀਕੇ ਦੇ ਨਾਲ ਹੋਣੀ ਹੈ, ਤੇ ਹੁਣ SGPC ਸਖਤ ਕਾਰਵਾਈ ਕਰ ਰਹੀ ਹੈ। ਇਹ ਕਾਰਵਾਈ ਮੰਨਿਆ ਜਾਏ ਜਾਂ ਖਾਨਾ ਪੂਰਤੀ, ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ? ਬਿਲਕੁਲ ਜੀ, ਹਲਚਲ ਤੇ ਬਹੁਤ ਵੱਡੀ ਹੋ ਚੁੱਕੀ ਹੈ ਕਿਉਂਕਿ ਜਿਹੜੀ ਕੱਲ ਦੀ ਇਹ ਖਬਰ ਜਦੋਂ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹਲਚਲ ਜ਼ਰੂਰ ਹੋਈ ਆ ਜੀ। ਕੁਝ ਹੱਦ ਤੱਕ ਜੇ ਆਪਾਂ ਖਾਨਾ ਪੂਰਤੀ ਦੀ ਵੀ ਗੱਲ ਕਰਦੇ ਹਾਂ, ਪਰ ਜੇ ਕਿਤੇ ਆਪਾਂ ਸਰੂਪਾਂ ਦੀ ਗੱਲ ਕਰਦੇ ਹਾਂ तो 267 ਸਰੂਪਾਂ ਤੋਂ ਵੱਧ ਕੇ ਗਿਣਤੀ 328 ਹੋ ਚੁੱਕੀ ਆ ਜੀ। ਕਿਉਂਕਿ ਜਿਹੜੀ ਰਿਪੋਰਟ ਦਿੱਤੀ ਆ ਈਸ਼ਰ ਸਿੰਘ ਜੀ ਨੇ, ਜਿਹੜੇ ਕਿ ਇਹਦੀ ਜਾਂਚ ਕਰ ਰਹੇ ਸੀ ਨਾ, ਰਿਪੋਰਟ ਦੇ ਵਿੱਚ ਦੱਸਿਆ ਕਿ 328 ਸਰੂਪ ਆਏ ਜੀ, ਤੇ 328 ਸਰੂਪਾਂ ਦਾ ਮਾਮਲਾ ਬੜਾ ਗੰਭੀਰ ਮਾਮਲਾ ਸੀ, ਜਿਹੜਾ ਕਿ SGPC ਦੀ ਗਲੇ ਦੀ ਹੱਡੀ ਦੀ ਬਣ ਚੁੱਕਾ ਸੀ ਜੀ। ਤੇ ਇਹਨਾਂ ਵਾਸਤੇ ਬਾਹਰ ਨਿਕਲਣਾ ਤੇ ਉਹਨਾਂ ਵਾਸਤੇ ਮੁਸ਼ਕਲ ਸੀ, ਲੋਕਾਂ ਦੇ ਵਿੱਚ ਵਿਚਰਨਾ ਬੜਾ ਮੁਸ਼ਕਲ ਲੱਗਦਾ ਸੀ। ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਦੇ ਸਕੱਤਰ ਦੀ ਮੀਟਿੰਗ ਹੁੰਦੀ ਆ ਤੇ ਦਾਸ ਵੀ ਉੱਥੇ ਸੀ, ਆਪਣੀ ਟੀਮ ਉੱਥੇ ਸੀ, ਤੇ ਜੇ ਟੋਟਲ ਮੀਡੀਆ ਦੇ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਉੱਥੇ ਸਾਰਾ ਦਿਨ ਹੀ ਰਿਹਾ। ਪਰ ਸ਼ਾਮ ਦੇ ਟਾਈਮ ਜਦੋਂ ਇੱਕ ਵੀਡੀਓ ਆਉਂਦੀ ਹੈ ਤੇ ਉਸ ਤੋਂ ਬਾਅਦ ਜੇ ਸਿੰਘ ਸਾਹਿਬਾਨ ਦੀ ਗੱਲ ਕਰੀਏ ਜਾਂ ਬਾਕੀ ਸਿੰਘ ਸਾਹਿਬਾਨ ਦੇ ਕਤਲ ਜਦੋਂ ਹੋਈ ਸੀ ਉਸ ਤੋਂ ਬਾਅਦ ਮੀਡੀਆ ਦਾ ਮੁਖਾਤਬ ਨਹੀਂ ਹੁੰਦੇ, ਪਰ ਵੀਡੀਓ ਜ਼ਰੂਰ ਜਾਰੀ ਕਰ ਦਿੱਤੀ ਜਾਂਦੀ ਹੈ ਤੇ ਇੱਕ ਪ੍ਰੈਸ ਨੋਟ ਭੇਜ ਦਿੱਤਾ ਜਾਂਦਾ ਜਾਂ ਦੱਸਿਆ ਜਾਂਦਾ ਕਿ ਇਹ ਜਿਹੜੇ ਸਰੂਪਾਂ ਦੀ ਗਿਣਤੀ ਵੱਧ ਕੇ ਇੰਨੀ ਹੋ ਚੁੱਕੀ ਆ ਤੇ ਇਹਦੀ ਫਿਰ ਅੰਤਰਿੰਗ ਕਮੇਟੀ ਨੂੰ ਰਿਪੋਰਟ, ਅੰਤਰਿੰਗ ਕਮੇਟੀ ਅਕਾਲ ਤਖਤ ਸਾਹਿਬ ਨੂੰ ਮਾਰਕ ਕਰਦੀ ਹੈ ਕਿ ਅਕਾਲ ਤਖਤ ਸਾਹਿਬ ਸੁਪਰੀਮ ਆ, ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮਨਾਮਾ ਹੋਊਗਾ, ਜੋ ਵੀ ਉਹਦਾ ਆਦੇਸ਼ ਜਾਰੀ ਹੋਊਗਾ, ਤੁਹਾਨੂੰ ਪ੍ਰਵਾਨ ਹੋਊਗਾ ਅੰਤਰਿੰਗ ਕਮੇਟੀ। ਇੱਕ ਕੁਝ ਸਮਾਂ ਪਹਿਲਾਂ ਦੀ ਗੱਲ ਆ ਜਦੋਂ ਇੱਥੇ ਬੱਲੇ ਦੇ ਹਸਪੀਟਲ ਦੇ ਵਿੱਚ, ਜਿੱਥੇ ਕਿ ਮੈਡੀਕਲ ਕਾਲਜ ਆ ਤੇ ਯੂਨੀਵਰਸਿਟੀ ਆ, ਤੇ ਉੱਥੇ ਇਹ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਆਪ ਉੱਥੇ ਕਹਿੰਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਜਾਂਦਾ ਕਿ ਇਸ ਤੋਂ ਅੱਗੇ ਜੋ ਅਕਾਲ ਤਖਤ ਸਾਹਿਬ ਨੂੰ ਜਾਂਚ ਦੇ ਦਿੰਦੇ ਆ, ਜੋ ਉਹਦਾ ਫੈਸਲਾ ਹੋਊਗਾ ਅੰਤਿਮ ਫੈਸਲਾ ਮੰਨਿਆ ਜਾਊਗਾ। ਪਰ ਸੋਮਵਾਰ ਸਾਰਾ ਦਿਨ ਦੀ ਮੀਟਿੰਗ ਹੁੰਦੀ ਹੈ ਅਤੇ ਸਾਹਿਬਾਨਾਂ ਦੀ ਸਿੰਘ ਸਾਹਿਬ ਨੇ ਉੱਥੇ ਦੀ ਸ਼ਾਮ ਦੇ ਟਾਈਮ ਫਿਰ ਉਹ ਕਮੇਟੀ ਕੋਲ ਵਾਪਸ ਭੇਜਤੀ ਜਾਂਦੀ ਆ, ਉਹ 'ਚ ਫੈਸਲਾ ਹੋ ਜਾਂਦਾ ਵਾ। ਉਹਦੇ 'ਚ ਇੱਕ ਲਿਫਾਫਾ, ਬੰਦ ਲਿਫਾਫਾ ਜਿਹਨੂੰ ਕਿ ਸੀਲ ਕਰਕੇ ਵਾਪਸ SGPC ਨੂੰ ਭੇਜ ਦਿੱਤਾ ਜਾਂਦਾ ਵਾ, ਜਿਹੜਾ ਕੱਲ ਖੋਲਿਆ ਗਿਆ ਲਿਫਾਫਾ। ਕਿਉਂਕਿ ਜਿਹੜਾ ਪ੍ਰੈਸ ਨੋਟ ਵੀ ਭੇਜਿਆ ਕੱਲ ਸ਼ਾਮ ਦੇ ਟਾਈਮ ਵੀ ਗੋਬਿੰਦ ਸਿੰਘ ਲੌਂਗੋਵਾਲ ਦੀ ਗੱਲ ਕਰੀਏ ਜਾਂ ਕਿਸੇ ਵੀ ਪ੍ਰਧਾਨ ਤੋਂ ਇਲਾਵਾ ਕੋਈ ਵੀ ਜਿਹੜਾ ਮੀਡੀਆ ਦਾ ਮੁਖਾਤਬ ਨਹੀਂ ਹੋਇਆ, ਪਰ ਸ਼ਾਮ ਦੇ ਟਾਈਮ ਇੱਕ ਪ੍ਰੈਸ ਨੋਟ ਤੇ ਇੱਕ ਵੀਡੀਓ ਜ਼ਰੂਰ ਆ ਫਿਰ ਉਸੇ ਤਰ੍ਹਾਂ ਮੀਡੀਆ ਕੋਲ ਪਹੁੰਚਦੀ ਆ। ਸਾਰਾ ਦਿਨ ਦੀਆਂ
ਇੱਕ ਧਿਆਨ ਸੀ ਕਿ 267 ਸਰੂਪਾਂ ਤੋਂ ਵੱਧ ਕੇ 328 ਸਰੂਪ ਜਿਹੜੇ ਹੋ ਚੁੱਕੇ ਆ, ਇਹ ਤੇ ਕਿਹੋ ਜਿਹੀ ਕਾਰਵਾਈ ਹੁੰਦੀ ਆ। ਸੁਭਾਵਿਕ ਸੀ ਕਿ ਕੁਛ ਨਾ ਕੁਛ ਤਾਂ ਹੁਲਝੁਲ ਹੋਊਗੀ। ਉਹਦੇ ਵਿੱਚ ਵੇਖ ਹੀ ਸਕਦੇ ਆਪਾਂ, ਕੁਝ ਡਿਸਮਿਸ ਕਹਿ ਦਿੱਤਾ ਗਿਆ। ਜੇ ਆਪਾਂ ਸਾਬਕਾ ਸਕੱਤਰ ਦੀ ਗੱਲ ਕਰਦੇ ਆ, ਉਹਨਾਂ ਤੇ ਫੌਜ ਦੇ ਮੁਕੱਦਮੇ ਦਰਜ ਹੋਣ ਦੀਆਂ ਗੱਲਾਂ ਹੀ ਹੋਈਆਂ, ਜਾਂ ਹੈਗੇ ਜਿਨ੍ਹਾਂ ਤੇ ਮੁਕੱਦਮੇ ਦਰਜ ਹੋਣ ਦੀਆਂ ਗੱਲਾਂ ਵੀ ਆ। ਹੁਣ ਤੇ ਜਿਵੇਂ ਰੂਪ ਸਿੰਘ ਸੀ ਸਕੱਤਰ ਸਾਹਿਬਾਨ, ਉਹਨਾਂ ਨੇ ਪਹਿਲਾਂ 1-2 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ, ਜਿਹਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ। ਇਹ ਜਿਹੜੀਆਂ ਗੱਲਾਂ ਸੀ, ਜੇ ਖਾਨਾਪੂਰਤੀ ਵਾਲੇ ਪਾਸੇ ਚੱਲਦੇ ਆ ਤੇ ਫਿਰ ਆਮ ਚਰਚਾਵਾਂ ਦੇ ਖਾਨਾਪੂਰਤੀ ਕਹਿ ਸਕਦੇ ਆ। ਪਰ ਜੇ ਉਦਾਂ ਸੋਚਿਆ ਜਾਵੇ ਕਿ ਇਹ ਤੇ ਗੱਲਬਾਤ ਨਾ ਹੁੰਦੀ, ਫਿਰ ਇਹ ਗਲੇ ਦੀ ਹੱਡੀ ਬਣ ਸਕਦਾ ਸੀ ਜੀ। ਬਾਹਰ ਨਿਕਲਣਾ ਮੁਸ਼ਕਲ ਸੀ, ਉਹਨਾਂ ਨੂੰ ਕੁਛ ਨਾ ਕੁਛ ਫੈਸਲੇ ਲੈਣੇ ਪੈਣੇ ਸੀ। ਮੈਨੂੰ ਲੱਗਦਾ ਕਿ ਕੁਛ ਹੱਦ ਤੱਕ ਜਿਹੜੇ ਫੈਸਲੇ ਲਏ ਗਏ ਆ, ਇਹਨਾਂ ਫੈਸਲਿਆਂ ਨਾਲ ਜ਼ਰੂਰ ਐਸਜੀਪੀਸੀ ਦੇ ਵਿੱਚ ਜੋ ਇੱਕ ਕੰਮ ਹੋਏ ਕਿ ਇਹੋ ਜਿਹੇ ਜਾਂ ਆਉਣ ਸਮੇਂ 'ਚ ਹੋਣ ਤੇ ਉਹਨੂੰ ਠਾ ਜ਼ਰੂਰ ਆਊਗਾ, ਕਿਉਂਕਿ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਕਿ ਜਿੱਥੇ ਵੀ ਆਪਾਂ ਕੋਈ ਕੰਮ ਕਰਦੇ ਹਾਂ, ਜੇ ਸੰਸਥਾ ਨਾਲ ਅਸੀਂ ਜੁੜੇ ਹਾਂ, ਜੇ ਉਸ ਸੰਸਥਾ ਦੇ ਵਿੱਚ ਰਹਿ ਕੇ ਅਸੀਂ ਇਹੋ ਜਿਹੀ ਗੱਲਬਾਤ ਕਰਾਂਗੇ, ਨਾਲੇ ਇਹ ਤੇ ਸੁਪਰੀਮ ਹੈਗੀ ਆ, ਸੁਪਰੀਮ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਤੇ ਅਸੀਂ ਤੇ ਜੇ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਸਰੂਪ ਦੀ ਗੱਲ ਕਰਦੇ ਹਾਂ, ਜਦੋਂ ਤੇ ਅਜੇ ਧਾਂ ਨਿਕਲਦੇ ਹੱਥ ਸਿੱਖ ਦੀਆਂ, ਉਹ ਸਰੂਪ ਬਾਰੇ ਆਪਾਂ ਨੂੰ ਪਤਾ ਹੀ ਹੈ ਕੀ ਕੁਛ ਹੋਇਆ। ਉਸ ਤੋਂ ਬਾਅਦ ਸੜਕਾਂ ਤੇ ਲੋਕ ਆਏ, ਪਰ ਉਹ ਕੀ ਭਾਣੇ ਵਾਪਰਿਆ। ਜੇ ਆਪਾਂ ਕਲਿਆਣ ਪਿੰਡ ਦੀ ਗੱਲ ਕਰਦੇ ਹਾਂ, ਕੁਝ ਦਿਨ ਪਹਿਲਾਂ ਕਲਿਆਣ ਪਿੰਡ ਤੋਂ ਫਿਰ ਉਸੇ ਤਰ੍ਹਾਂ ਇੱਕ ਸਰੂਪ ਜਿਹੜਾ ਕਿ ਚੋਰੀ ਹੋ ਜਾਂਦਾ, ਉਹ ਅਜੇ ਤੱਕ ਨਹੀਂ ਮਿਲ ਰਿਹਾ। ਤੇ ਇਹ ਤੇ 328 ਸਰੂਪ ਆ, 267 ਤੋਂ ਵੱਧ ਕੇ ਜਿਹੜੀ 328 ਹੋ ਚੁੱਕੀ ਆ। ਇਹ ਤੋਂ 328 ਦਾ ਮਸਲਾ ਸੀ, ਜਿਹਦੇ ਵਿੱਚ ਲੱਗਦਾ ਸੀ ਕਿ ਐਸਜੀਪੀਸੀ ਨੂੰ ਕਦਮ ਵੱਡਾ ਪੁੱਟੂਗੀ। ਜਿਹਦੇ ਵੇਖ ਹੀ ਸਕਦੇ ਆਪਾਂ ਕਿ ਕੁਝ ਨੁਮਾਇੰਦਿਆਂ ਨੂੰ ਜਿਵੇਂ ਕਿ ਸਹਾਇਕ ਸੁਪਰਵਾਈਜ਼ਰ ਆ, ਜਾਂ ਕੁਝ ਮੈਂਬਰ ਉੱਦਾਂ ਵਾ ਜਿਵੇਂ ਕਲਰਕ ਹੈਗੇ ਆ, ਜਾਂ ਮੀਤ ਸਕੱਤਰ ਆ, ਕੁਝ ਡਿਸਮਿਸ ਕੀਤਾ ਗਿਆ ਵਾ, ਹੈਲਪਰ ਡਿਸਮਿਸ ਕੀਤੇ ਗਏ ਆ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ, ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸੀ ਜਿਹੜੇ, ਉਹਨਾਂ ਉੱਤੇ ਵੀ ਗਾਜ ਜ਼ਰੂਰ ਡਿੱਗੀ ਆ। ਉਹਨਾਂ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰਥ ਰਹੇ ਹੋ ਤੇ ਰਿਕਾਰਡ ਵਿੱਚ ਹੇਰਾਫੇਰੀ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਕਰਨ ਤੋਂ ਮੇਲੇ ਭੁਗਤਾ ਸੰਕੇਤ ਮਿਲਦਾ ਤੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਦਾ ਫੈਸਲਾ ਵੀ, ਕਾਨੂੰਨੀ ਕਾਰਵਾਈ ਵੀ ਕਿਹਾ ਹੈਗਾ ਕਿ ਕੁਝ ਹੱਦ ਤੱਕ ਕਾਨੂੰਨੀ ਕਾਰਵਾਈ ਹੋਊਗੀ। ਸੁਰਿੰਦਰ ਸਿੰਘ ਕੋਹਲੀ ਜਿਹੜੇ ਕਿ ਸੀਏ ਸੀ, ਉਹਨਾਂ ਦੇ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸੀ ਤੇ ਲੱਖ ਕਰੋੜਾਂ ਰੁਪਏ ਦਾ ਬਜਟ ਵੀ ਸੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਮਿਲਦਾ ਹੋਊਗਾ, ਜਿਹਦੇ ਵਿੱਚ ਇੱਕ ਵੱਡਾ ਫੈਸਲਾ ਉਹ ਵੀ ਹੈ ਕਿ 75% ਉਹਨਾਂ ਕੋਲ ਰਿਕਵਰੀ ਕੀਤੀ ਜਾਊਗੀ। ਦੇਖਦੇ ਹਾਂ ਆਉਣ ਸਮੇਂ 'ਚ ਰਿਕਵਰੀ ਕਿੱਦਾਂ ਹੁੰਦੀ ਆ, ਕਿਉਂਕਿ ਇਹਦੇ ਮੀਡੀਆ 'ਚ ਕੋਈ ਗੱਲ ਆਉਂਦੀ ਹੈ ਫਿਰ ਵੀ ਪਤਾ ਲੱਗਦਾ ਬਸ ਬੰਦ ਲਿਫਾਫਿਆਂ 'ਚ ਨਿਕਲਣਾ ਜੋ ਪਤਾ ਲੱਗਦਾ, ਇਹਦੇ ਵਿੱਚ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਪਰ ਕਿਸੇ ਹੱਦ ਤੱਕ 328 ਸਰੂਪਾਂ ਦੇ ਮਾਮਲੇ ਨੂੰ ਨਿਪਟਾਉਣ ਵਾਸਤੇ ਲੱਗਦਾ ਕਿ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਈ ਆ। ਉਹ ਆਪਾਂ ਇਹ ਵੀ ਨਹੀਂ ਝੁਠਲਾ ਸਕਦੇ ਕਿ ਕੋਈ ਕਾਰਵਾਈ ਇਹਨਾਂ ਆਪਣੇ ਮੈਂਬਰਾਂ ਤੇ ਨਹੀਂ ਕੀਤੀ, ਪਰ ਡਿਸਮਿਸ ਕਰਨ ਦਾ ਜੋ ਮਤਲਬ ਕਿਹਾ ਜਾ ਰਿਹਾ ਕਿ ਕੁਝ ਦਿਨ ਉਹਨਾਂ ਨੂੰ ਡਿਸਮਿਸ ਕਰਕੇ ਦੁਬਾਰਾ ਉਸੇ ਅਹੁਦੇ ਤੇ ਲਿਆ ਕੇ ਜੇ ਉਹੋ ਹੀ ਕੰਮ ਕਰਨਗੇ ਤੇ ਫਿਰ ਮੈਨੂੰ ਲੱਗਦਾ ਇਹ ਆਪਾਂ ਖਾਨਾ ਪੂਰਤੀ ਹੀ ਕਰਾਂਗੇ। ਬਿਲਕੁਲ, ਇਹ ਵੀ ਸਵਾਲ ਹੋਣਾ ਬਣਦਾ ਹੈ ਕਿ ਜੀ ਛੋਟੇ ਪੱਧਰ ਤੋਂ ਲੈ ਕੇ ਕਲਰਕ, ਹੈਲਪਰ ਤੋਂ ਲੈ ਕੇ ਮੁੱਖ ਸਕੱਤਰ ਤੱਕ ਜੇਕਰ ਕਾਰਵਾਈ ਕੀਤੀ ਗਈ ਹੈ ਤਾਂ ਇਸ ਸਖਤਾਈ ਦੇ ਨਾਲ ਐਸਜੀਪੀਸੀ ਦਾ ਢਾਂਚਾ ਜ਼ਰੂਰ ਥੋੜਾ ਦਰੁਸਤ ਹੋਏ, ਜੋ ਪਿਛਲੇ ਸਾਲਾਂ ਦੇ ਵਿੱਚ ਅਜਿਹੇ ਰਿਕਾਰਡਸ ਨੂੰ ਮੇਨਟੇਨ ਕਰਨ ਦੇ ਵਿੱਚ ਕੋਤਾਹੀ ਵਰਤੀ ਗਈ ਹੈ। ਕਈ ਵਾਰ ਸੰਗਤਾਂ ਇਹ ਵੀ ਗੱਲ ਕਰਦੀਆਂ ਨੇ ਕਿ ਜੀ ਐਸਜੀਪੀਸੀ ਆਪਣੇ ਮੁਲਾਜ਼ਮਾਂ ਨੂੰ ਸਹੀ ਤਰੀਕੇ ਦੇ ਨਾਲ ਰੱਖੇ, ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਮਿਲਣ, ਤਾਂ ਉਹਨਾਂ ਦੇ ਮਨ ਦੇ ਵਿੱਚ ਅਜਿਹਾ ਕਦੇ ਆਏ ਨਾ ਕਿ ਅਸੀਂ 4 ਪੈਸੇ ਗਲਤ ਤਰੀਕੇ ਨਾਲ ਕਮਾ ਲਈਏ। ਹਾਂ ਬਿਲਕੁਲ ਵੀਰ ਜੀ, ਪਹਿਲੀ ਗੱਲ ਤੇ ਅਸੀਂ ਜਿਹੜੇ ਅਦਾਰੇ ਨਾਲ ਜੁੜਦੇ ਹਾਂ, ਜਿਹੜੀ ਸੰਸਥਾ ਨਾਲ ਜੁੜਦੇ ਹਾਂ, ਸਾਨੂੰ ਉਸ ਸੰਸਥਾ ਦਾ ਇੱਕ ਤੇ ਪਿਆਰ ਬਣਨਾ ਚਾਹੀਦਾ ਤੇ ਉਸ ਸੰਸਥਾ ਦੇ ਆਪਾਂ ਹਮੇਸ਼ਾ ਕੁਝ ਭਲਾ ਸੋਚੀਏ। ਐਸਜੀਪੀਸੀ ਦੀ ਅਸੀਂ ਜਦੋਂ ਵੀ ਗੱਲ ਕਰਦੇ ਹਾਂ, ਐਸਜੀਪੀਸੀ ਸਾਡੀ ਵੈਸੇ ਕੁਰਬਾਨੀਆਂ ਨਾਲ ਸਜੀ ਹੋਈ ਇੱਕ ਸੰਸਥਾ ਵਾ। ਜੇ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਬੇਸ਼ੱਕ ਇਸ ਸਮੇਂ ਇੱਕ ਪਰਿਵਾਰ ਦੀ ਨਿੱਜੀ ਜਗੀਰ ਬਣ ਚੁੱਕਾ, ਪਰ ਜੇ ਪਿਛੋਕੜ ਦਾ ਇਤਿਹਾਸ ਮਾਰੀਏ ਤੇ ਐਸਜੀਪੀਸੀ ਕਿਵੇਂ ਹੋਣ ਦੇ ਵਿੱਚ ਆਈ, ਕਿੰਨੀਆਂ ਘਾਲਣਾਵਾਂ ਸੀ। ਜੇ ਅਕਾਲੀ ਦਲ ਦੀ ਗੱਲ ਕਰਦੇ ਹਾਂ, ਕਿਵੇਂ ਘਾਲਣਾ ਕੀਤੀਆਂ, ਕਿਵੇਂ ਅਕਾਲੀ ਦਲ ਹੋਣ ਦੇ ਵਿੱਚ ਆਇਆ। ਪਰ ਇਹ ਤੋਂ ਉਲਟ ਜੇ ਹੁਣ ਦੀ ਗੱਲ ਕਰੀਏ ਆਪਾਂ, ਤੇ ਹੁਣ ਜੋ ਕੁਝ ਹੋਇਆ, ਜੋ ਘਿਨਾਉਣੀਆਂ ਕਾਰਵਾਈਆਂ ਹੋਈਆਂ, ਜਾਂ ਆਪਾਂ ਜਿਹੜੀ ਸੰਸਥਾ ਦੇ ਵਿੱਚ ਜਿਹੜੀ ਕਹਿੰਦੇ ਨਾ ਤਾਲੀ ਚ ਖਾਨੇ ਆ, ਜੇ ਆਪਾਂ ਉੱਥੇ ਛੇਦ ਕਰਦੇ ਹਾਂ ਤੇ ਕਿਤੇ ਨਾ ਕਿਤੇ ਪਤਾ ਵੀ ਲੱਗਦਾ। ਹੁਣ ਆਪਾਂ ਹੁਣ ਤਾਂ ਜਗਜਾਰ ਹੋ ਰਹੀਆਂ, ਲੰਬੇ ਸਮੇਂ ਤੋਂ ਹੋ ਤੇ ਰਹੀਆਂ ਸੀ, ਪਰ ਕਾਰਵਾਈ ਕਦੀ ਨਹੀਂ ਇਹੋ ਜਿਹੀ ਹੋਈ। ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਕਾਰਵਾਈ ਆ ਜਿਹੜੀ ਐਸਜੀਪੀਸੀ ਨੇ ਆਪਣੇ ਹੀ ਮੈਂਬਰਾਂ ਤੇ, ਆਪਣੇ ਸਕੱਤਰ ਸਾਹਿਬਾਨ ਤੇ, ਬੇਸ਼ੱਕ ਸਾਬਕਾ ਸਕੱਤਰ ਹੋਣ। ਜੇ ਹੁਣ ਦੀ ਵੀ ਗੱਲ ਕਰੀਏ ਤਾਂ ਮਨਜੀਤ ਸਿੰਘ ਸਕੱਤਰ ਆ, ਪ੍ਰਚਾਰਕ ਆ, ਪ੍ਰਚਾਰ ਸਕੱਤਰ ਸਸਪੈਂਡ ਕਰਦੇ ਆ ਤਾਂ ਅਗਲੇ ਦੀ ਕਾਰਵਾਈ ਕੀਤੀ ਜਾਊਗੀ। ਹੁਣ ਗਲਤੀ ਹੋਈ ਹੈ ਨਾ, ਆਉਣ ਵਾਲੇ ਸਮੇਂ 'ਚ ਕੇਵਲ ਸਸਪੈਂਡ ਤੱਕ ਸੀਮਿਤ ਰਹਿੰਦਾ, ਜਾਂ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਆ ਉਹਦੇ ਆਉਣ ਵਾਲਾ ਸਮਾਂ ਦੱਸੂਗਾ। ਕਿਉਂਕਿ 267 ਸਰੂਪਾਂ ਤੋਂ ਵੱਧ ਕੇ 328 ਸਰੂਪਾਂ ਦੀ ਗੱਲ ਆ, ਬੜਾ ਵੱਡਾ ਮਸਲਾ ਇਹ ਕੌਮ ਦਾ ਸੀ। ਜੇ ਆਪਾਂ ਪਿਛੋਕੜ ਵੱਲ ਝਾਤੀ ਮਾਰੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਆਪਾਂ ਤੇ ਇੱਕ ਸਰੂਪ ਬਾਰੇ ਅਜੇ ਤੱਕ ਕਹੀ ਜਾਣ ਡਿਆ, ਬਰਗਾੜੀ ਮੋਰਚੇ ਦੇ ਵਿੱਚ ਜੋ ਘਾਟ ਹੋਈ ਸੀ ਗੁਰਜਵਾਰ ਸਿੰਘ ਵਾਲਾ ਦੇ ਇੱਕ ਸਰੂਪ ਜਿਹੜਾ ਕਿ ਚੋਰੀ ਹੋ ਕੇ ਉਸ ਤੋਂ ਬਾਅਦ ਜੋ ਕੁਛ ਹੋਇਆ ਕੌਮ ਤੇ ਜੀ ਉਹਦਾ ਹੀ
ਭਰਪਾਈ ਨਹੀਂ ਪੂਰੀ ਕਰ ਸਕੀ ਤੇ ਜੀ। ਇਹ ਇੱਕ ਵੱਡਾ ਘਾਟਾ ਸੀ, 328 ਰੁਪਏ ਦਾ ਘਾਟਾ ਸੀ। ਉਹਦੇ ਵਾਸਤੇ ਕਿਤੇ ਨਾ ਕਿਤੇ ਉਹਨਾਂ ਭਰਪਾਈ ਤੇ ਕੀਤੀ ਹੈਗੀ ਆ, ਕਿਤੇ ਨਾ ਕਿਤੇ ਖਾਣਾ ਪੂਰਤੀ ਕਹਿ ਸਕਦੇ ਹਾਂ। ਪਰ ਜੇ ਇਹਨਾਂ ਤੇ ਕਾਰਵਾਈ ਹੁੰਦੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈਆਂ ਨੂੰ ਡਰ ਜ਼ਰੂਰ ਹੋਊਗਾ ਕਿ ਜੇ ਅਸੀਂ ਇਸ ਸੰਸਥਾ ਨੂੰ ਖਾਂਦੇ ਆ ਜਾਂ ਇਸ ਸੰਸਥਾ ਨਾਲ ਹੇਰਾਫੇਰੀਆਂ ਕਰਦੇ ਆ ਤੇ ਕਿਤੇ ਨਾ ਕਿਤੇ ਸਾਡੀ ਵਾਰੀ ਆ ਸਕਦੀ ਆ। ਜੇ ਅਸੀਂ ਸੁਪਰੀਮ ਮੰਨਦੇ ਆ ਅਕਾਲ ਤਖਤ ਸਾਹਿਬ ਨੂੰ ਤੇ ਹਾਜ਼ਰ ਨਾਜ਼ਰ ਮੰਨਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਤੇ ਮੈਨੂੰ ਲੱਗਦਾ ਕਿ SGPC ਵਾਸਤੇ ਤੋਂ ਵੱਡੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੋਂ ਜਿਹੜੀ ਸੰਸਥਾ ਹੀ ਉਹ ਚੱਲ ਰਹੀ ਉੱਥੋਂ, ਤੇ ਉਹਦੇ ਵਿੱਚ ਵੀ ਇਹ ਜਿਹੜੇ ਔਨਤਾਈਆਂ ਵਾ ਇਹ ਵੀ ਇੱਕ ਸ਼ਰਮਨਾਕ ਘਟਨਾ ਸੀ ਜਿਹੜੀ ਸਾਹਮਣੇ ਆਈ ਹੈ। ਬਿਲਕੁਲ ਬਿਲਕੁਲ ਧੰਨਵਾਦ ਕਰਦੇ ਹਾਂ ਤੇਜਿੰਦਰ ਸਿੰਘ ਜੀ ਤੁਹਾਡਾ, ਤੁਸੀਂ ਜੁੜੇ ਸਾਡੇ ਨਾਲ, ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਸੇ ਤਰੀਕੇ ਦੇ ਨਾਲ ਅਪਡੇਟ ਤੁਹਾਡੇ ਤੋਂ ਸਮੇਂ-ਸਮੇਂ ਸਿਰ ਹੋਰ ਮੁੱਦਿਆਂ ਦੇ ਉੱਤੇ ਵੀ ਲੈਂਦੇ ਰਹਾਂਗੇ ਜੀ। ਧੰਨਵਾਦ ਤੁਹਾਡਾ। ਇੱਕ ਜ਼ਰੂਰ ਗੱਲ ਕਰਨੀ ਜੀ ਪਲੀਜ਼, ਇੱਕ ਮੀਡੀਆ ਸਵਾਲ ਮੈਂ ਜ਼ਰੂਰ ਸੰਗਤ ਨਾਲ ਸਾਂਝਾ ਕਰਨਾ ਚਾਹਾਂਗਾ। ਕੱਲ ਜਿਵੇਂ ਸਾਡਾ ਸਾਰਾ ਮੀਡੀਆ ਭਾਈਚਾਰਾ ਉੱਥੇ ਸੀ ਤੇ ਇੱਕ ਜੇ ਆਪਾਂ ਸਿੰਘ ਸਾਹਿਬਾਨ ਦੀ ਗੱਲ ਕਰਦੇ ਹਾਂ ਤੇ ਉਦੋਂ ਦੀ ਸੋਮਵਾਰ ਦੀ ਮੀਟਿੰਗ ਹੋਈ, ਉਹ ਵੀ ਮੀਡੀਆ ਰੂਬਰੂ ਨਹੀਂ ਹੋਏ, ਕੱਲ ਵੀ ਮੀਡੀਆ ਰੂਬਰੂ ਹੋਏ ਤੇ 328 ਸਰੂਪ ਉਹ ਕਿੱਥੇ ਆ? ਉਹ ਅਜੇ ਵੱਡਾ ਸਵਾਲ ਜ਼ਰੂਰ ਕਿਉਂ ਦਾ ਤਿਉਂ ਹੀ ਖੜਾ ਵਾ। ਕਾਰਵਾਈ ਜ਼ਰੂਰ ਹੋ ਚੁੱਕੀ ਇਹਦੇ ਵਿੱਚ, ਪਰ 328 ਸਰੂਪ ਕਿਸ ਤਰ੍ਹਾਂ ਉਹ ਸੰਸਕਾਰ ਕਰ ਦਿੱਤੇ ਗਏ ਜਾਂ ਕਿ ਸੰਸਥਾ ਨੂੰ ਪਹਿਲਾਂ ਦੇ ਦਿੱਤੇ ਗਏ, ਜਾਂ ਇਹ ਜਿਹੜੀਆਂ ਗੱਲਾਂ ਸੀ ਕਿ ਇਹ ਚਾਹੀਦਾ ਹੈ ਕਿ SGPC ਜੋ ਸਿੰਘ ਸਾਹਿਬ ਨੇ ਉਹਦੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਤੇ ਕੱਲ ਉਹਨਾਂ ਨੂੰ ਵੀ ਸਾਰੀਆਂ ਗੱਲਾਂ ਅੱਗੇ ਲੈ ਕੇ ਆਉਣੀਆਂ ਚਾਹੀਦੀਆਂ ਸੀ SGPC ਨੂੰ ਵੀ ਕਿ ਜੋ ਸਾਡੀਆਂ ਗਲਤੀਆਂ ਵਾ ਗਲਤੀ ਮਾਫੀ ਮੰਗਣੀ ਚਾਹੀਦੀ ਸੀ ਉਹਨਾਂ ਨੂੰ। ਜੀ ਤੇਜਿੰਦਰ ਭਾਈ, ਜਿਹੜੀ ਜਾਂਚ ਕਮੇਟੀ ਦੀ ਰਿਪੋਰਟ ਸੀਗੀ ਉਹ ਜਨਤਕ ਕੀਤੀ ਗਈ ਹੁਣ ਤੱਕ? ਨਹੀਂ, ਜਾਂਚ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਹੀ ਸਿੰਘ ਸਾਹਿਬ ਨੇ ਫੈਸਲਾ ਲਿਆ। ਬਿਲਕੁਲ, ਕਿਉਂਕਿ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਜਦੋਂ ਹੁੰਦੀ ਆ ਉਹਦੇ ਵਿੱਚ ਈਸ਼ਰ ਸਿੰਘ ਜੀ ਦਾ ਨਾਂ ਲਿਆ ਸੀ, ਉਹ ਉਹਨਾਂ ਨੇ ਜਾਂਚ ਕੀਤੀ ਸੀ, ਉਹਦਾ ਪੈਨਲ ਸੀ ਤੇ ਉਹਨਾਂ ਨੇ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਸਿੰਘ ਸਾਹਿਬ ਨੂੰ ਇੱਕ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। ਉਸ ਰਿਪੋਰਟ ਦੇ ਆਧਾਰ ਤੇ ਹੀ ਉਦੋਂ ਜਿਹੜਾ ਕਿ ਪ੍ਰੈਸ ਨੋਟ ਜਿਹੜਾ ਜਾਰੀ ਹੋਇਆ ਸੀ ਉਹ ਜਾਂਚ ਦੇ ਆਧਾਰ ਤੌਰ ਤੇ ਜਾਰੀ ਹੋਇਆ ਸੀ। ਉਸ ਤੋਂ ਬਾਅਦ ਜਿਹੜੀ ਅਗਲੇਰੀ ਕਾਰਵਾਈ ਮਤਲਬ ਕਿ ਸਕੱਤਰੇ ਤੋਂ ਅਕਾਲ ਤਖਤ ਸਾਹਿਬ ਤੋਂ ਯਾਨੀ ਹਰਪ੍ਰੀਤ ਸਿੰਘ ਨੇ ਅਗਲੇਰੀ ਕਾਰਵਾਈ ਜਿਹੜੀ ਅੰਤਰਿਮ ਕਮੇਟੀ ਨੂੰ ਕਹਿਤਾ ਸੀ ਅਗਲੇਰੀ ਕਾਰਵਾਈ ਉੱਥੋਂ ਕੀਤੀ ਜਾਊਗੀ। ਅੰਤਰਿਮ ਕਮੇਟੀ ਦਾ ਪਹਿਲੋਂ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਸੀ, ਹੁਣ ਵਾਪਸ ਉੱਥੇ ਭੇਜ ਕੇ ਤੇ ਕੱਲ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ। ਬਿਲਕੁਲ ਬਿਲਕੁਲ, ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੇ ਸੁਣਿਆ ਕਿ ਜੀ SGPC ਨੇ ਜੋ ਕਾਰਵਾਈ ਕੀਤੀ ਹੈ ਇਹ ਉਸ ਰਿਪੋਰਟ ਦਾ ਹਵਾਲਾ ਦਿੱਤਾ ਹੈ ਜੋ ਰਿਪੋਰਟ ਤਿਆਰ ਕੀਤੀ ਗਈ ਇੱਕ ਜਾਂਚ ਕਮੇਟੀ ਦੇ ਵੱਲੋਂ। ਉਹ ਜਾਂਚ ਕਮੇਟੀ ਤਿਆਰ ਕੀਤੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ। ਕੁਝ ਸਮਾਂ ਪਹਿਲਾਂ ਵੀਡੀਓ ਇੱਕ ਤੁਸੀਂ ਦੇਖੀ ਹੋਏਗੀ ਜਥੇਦਾਰ ਹਰਪ੍ਰੀਤ ਸਿੰਘ, ਜਿਸ ਦੇ ਵਿੱਚ ਜਾਣਕਾਰੀ ਸਾਂਝੀ ਕਰ ਰਹੇ ਨੇ ਢੱਡਰੀਆਂ ਵਾਲੇ ਦੇ ਖਿਲਾਫ ਜਾਂ ਉਸ ਤੋਂ ਬਾਅਦ ਕਈ ਹੋਰ ਅਜਿਹੇ ਜਥੇਬੰਦੀਆਂ ਦੇ ਖਿਲਾਫ ਜਿਸ ਦੇ ਉੱਤੇ ਕਿੰਤੂ ਪਰੰਤੂ ਜੋ ਖੜਾ ਕਰਦੀਆਂ ਨੇ ਸਿੱਖ ਕੌਮ ਦੇ ਇਤਿਹਾਸ ਦੇ ਉੱਤੇ। ਲੇਕਿਨ ਉਸ ਸਮੇਂ ਦੇ ਵਿੱਚ ਇਹ ਵੀ ਕੀਤਾ ਜਾ ਸਕਦਾ ਸੀ ਕਿ ਇਸੇ ਰਿਪੋਰਟ ਦੇ ਹਵਾਲਾ ਦਿੰਦਿਆਂ ਹੋਇਆਂ ਜੋ ਕਾਰਵਾਈ ਕੀਤੀ ਗਈ, ਜੋ ਨਾਮ ਤਿਆਰ ਹੋਏ ਨੇ ਕਿ ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ, ਮਾਮਲੇ ਦਰਜ ਕਰ ਦਿੱਤੇ ਗਏ, ਉਹ ਵੀ ਜਾਣਕਾਰੀ ਦੇ ਦਿੱਤੀ ਗਈ ਹੁੰਦੀ ਤਾਂ ਚੰਗਾ ਹੁੰਦਾ। ਕਿਉਂਕਿ ਇਸ ਵੇਲੇ SGPC ਆਪਣਾ ਹੁਣ ਇਹ ਆਪਣੇ ਕੱਪੜੇ ਚਮਕਾਉਣ ਵਾਲਾ ਕੰਮ ਕਰ ਰਹੀ ਕਿ ਜੀ ਦੇਖੋ ਅਸੀਂ ਇਹ ਕਾਰਵਾਈ ਕਰ ਦਿੱਤੀ। ਅਗਲੇ ਕਾਲਰ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਕਾਲ ਚੈਨਲ ਤੇ। ਅਮਨਪ੍ਰੀਤ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਸਾਹਿਬ ਸਵਾਗਤ ਹੈ ਜੀ ਤੁਹਾਡਾ। ਜੀ ਹਾਂ ਜੀ ਅਮਨਪ੍ਰੀਤ ਸਿੰਘ ਜੀ, ਪ੍ਰੋਗਰਾਮ ਕੱਲ ਪਰਸੋਂ ਦਾ ਦੇਖ ਰਹੇ ਜਿਹੜੇ ਹੋ ਰਿਹਾ ਸਾਰਾ ਕੁਝ ਜੀ, ਇਹ ਹਮੇਸ਼ਾ ਆਪਾਂ ਸਾਰੇ ਸਣੇ, ਤੁਹਾਡੇ ਸਣੇ ਮੇਰੇ ਤੇ ਇਹ SGPC ਵਾਲੇ ਹਮੇਸ਼ਾ ਕਹਿੰਦੇ ਵੀ SGPC ਬਹੁਤ ਕੁਰਬਾਨੀਆਂ ਦੇ ਕੇ ਇਹ ਸਥਾਪਿਤ ਕੀਤੀ ਗਈ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਕੁਰਬਾਨੀਆਂ ਦੇਣ ਵਾਲੇ ਤਾਂ ਦੇ ਗਏ, ਹੁਣ ਅੱਜ ਆ ਜਿਹੜਾ ਜੋ ਕੁਝ ਹੋ ਰਿਹਾ ਇਹਨਾਂ ਨੇ ਤਾਂ ਕੁਰਬਾਨੀ ਪਬਲਿਕ ਦੀ ਦਿੱਤੀ ਆ, ਪਰਜਾ ਦੀ ਦਿੱਤੀ ਆ, ਆਪਣੀ ਤਾਂ ਦਿੱਤੀ ਨਹੀਂ ਇਹਨਾਂ ਨੇ ਜੀ, ਹੈਗਾ ਨਾ ਜੀ। ਉਹ ਦੇ ਗਏ ਕੁਰਬਾਨੀਆਂ, ਉਹਨਾਂ ਨੇ ਸਾਰਾ ਕੁਝ ਕੀਤਾ, ਪਰ ਇਹਨਾਂ ਨੇ ਕੀ ਕੀਤਾ ਉਹ ਸਾਹਮਣੇ ਹੁਣ ਆ ਗਿਆ। ਤੇ ਜੋ ਕੁਛ ਇੱਕ ਪਤਾ ਨਹੀਂ ਅਮਨਪ੍ਰੀਤ ਸਿੰਘ ਜੀ, ਸਾਰਿਆਂ ਨੂੰ ਕੋਈ ਕਿਸੇ ਕੋਲ ਸਬੂਤ ਤੇ ਹੈ ਨਹੀਂ, ਕਿਉਂ ਅਖਬਾਰਾਂ 'ਚ ਅਸੀਂ ਜਿੱਦਾਂ ਤੁਸੀਂ ਪੜ੍ਹਦੇ ਉਦਾਂ ਮੈਂ ਪੜ੍ਹਦਾ, ਹੋਰ ਸਾਡੇ ਭੈਣ ਭਰਾ ਪੜ੍ਹਦੇ ਨੇ। ਇਹ ਪਤਾ ਨਹੀਂ ਕਦੋਂ ਤੋਂ ਇਹ ਕੰਮ ਅੰਦਰੋਂ ਸ਼ੁਰੂ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋ ਰਹੇ ਨੇ, ਅਗਨ ਭੇਟ ਹੋ ਰਹੇ ਨੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹਦੇ ਲੌਂਗੋਵਾਲ ਸਾਹਿਬ ਨੇ ਜਿਹੜੀ ਕਹਿ ਵੀ ਦਿੱਤਾ ਨਾ, ਇੰਨਿਆਂ ਨੂੰ ਬਰਖਾਸਤ ਕਰ ਦਿੱਤਾ, ਉਹਨਾਂ ਦੇ ਫੰਡ ਫਰੀਜ਼ ਹੋ ਗਿਆ ਜਾਂ ਵਾਪਸ ਪੈਸਾ ਲਿਆ ਜਾਏਗਾ, ਇਹ ਤੇ ਜਦੋਂ ਹੋ ਜਾਏਗਾ ਤੇ ਫੇਰ ਮੰਨਾਂਗੇ। ਪਰ ਅਜੇ ਪਤਾ ਨਹੀਂ, ਆਪਾਂ ਨਹੀਂ ਕਹਿ ਸਕਦੇ ਵੀ ਖਾਨਾ ਪੂਰਤੀ ਆ ਕਿ ਇਹ ਹੋ ਜਾਏਗਾ। ਜੇ ਹੋ ਜਾਏ ਤਾਂ ਚੰਗੀ ਗੱਲ ਵਾ,
ਕਿਉਂਕਿ ਅਮਨਪ੍ਰੀਤ ਸਿੰਘ ਜੀ ਕੋਈ ਜਦੋਂ ਇਹੋ ਜਿਹੀ ਬੇਈਮਾਨੀ, ਜਿਸ ਕੌਮ ਦੇ ਵਿੱਚ ਬੇਈਮਾਨੀ, ਮੈਂ ਕਈ ਵਾਰ ਕਹਿੰਦਾ ਨਾ ਬੁੱਕਲ ਦੇ ਸੱਪ ਵੀ ਕਹਿ ਲੈਂਦੇ ਆਪਾਂ, ਹੈ ਨਾ ਜੀ, ਜਿਹੜੇ ਅੰਦਰੋਂ ਬੁੱਕਲ ਦੇ ਸੱਪ ਨੇ, ਉਹ ਜਿਸ ਕੌਮ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤ ਹੋਵੇ ਤੇ ਉਹ ਕੌਮ ਕਦੇ, ਉਸ ਕੌਮ ਦੇ ਵਿੱਚ ਕਦੇ ਵਿਕਾਸ ਨਹੀਂ ਆਉਂਦਾ ਹੁੰਦਾ, ਵਿਨਾਸ਼ ਹੁੰਦਾ, ਜਿਹੜਾ ਆਪਾਂ ਦੇਖਦੇ ਰਹੇ ਹੁਣ ਤੱਕ ਜੀ, ਹੈ ਕਿ ਨਾ ਜੀ। ਤੇ ਹੁਣ ਇਹਨਾਂ ਨੂੰ ਇਹ ਚਾਹੀਦਾ ਵੀ ਬਿਲਕੁਲ ਸਫਾਈ, ਜੇ ਇਹਨਾਂ ਨੇ ਸਫਾਈ ਕਰਨੀ ਆ ਨਾ, ਇਹ ਤੁਸੀਂ ਵੀ ਗੱਲ ਕੀਤੀ ਆ ਵੀ ਹੁਣ ਇਹ ਸਿਸਟਮ ਕਿਵੇਂ ਸੁਧਾਰਿਆ ਜਾਏ, ਉਹਦਾ ਇੱਕੋ, ਆਪਣੇ ਅਮਨਪ੍ਰੀਤ ਸਿੰਘ ਜੀ, ਇੱਕੋ ਇੱਕ ਰਸਤਾ, ਉਹ ਰਸਤਾ ਨਹੀਂ, ਤੁਸੀਂ ਸੋਚ ਕੇ ਦੇਖ ਲਓ ਮੇਰੇ ਭੈਣ ਭਰਾ ਜਿਹੜੇ ਘਰ ਬੈਠੇ ਆ, ਹੋਰ ਕੋਈ ਰਸਤਾ ਨਹੀਂ ਹੈ। ਇਹ ਸਾਰੇ ਜਿੰਨੇ ਵੀ ਕਰਮਚਾਰੀ ਨੇ SGPC ਦੇ, ਛੋਟੇ ਤੋਂ ਲੈ ਕੇ ਵੱਡੇ ਤੱਕ, ਇਹਨਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਜਾਣਾ ਚਾਹੀਦਾ ਮਨ ਕਰਕੇ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਦੇ ਧਾਰਨੀ ਹੋ ਜਾਣਾ ਚਾਹੀਦਾ ਮਨ ਕਰਕੇ, ਪੰਥ ਵਸੇ ਮੈਂ ਉਜੜਾ, ਇਸ ਵਿਚਾਰ ਤੇ ਇਹਨਾਂ ਦੇ ਪੱਕੇ ਪਹਿਰੇਦਾਰ ਬਣ ਜਾਣ, ਤਾਂ ਸੁਧਾਰ ਆਉਣਾ, ਤਾਂ ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣਨਾ, ਪਹਿਲਾ ਪੰਥ ਬਣਨਾ ਆ। ਉਹ ਰਸਤਾ ਕੋਈ ਨਹੀਂ ਅਮਰਪ੍ਰੀਤ ਸਿੰਘ ਜੀ, ਰਸਤਾ ਜਿਹੜਾ ਇਹਨਾਂ ਨੇ ਅਪਣਾਇਆ ਸੀ ਉਹ ਤਾਂ ਬੇਈਮਾਨੀ ਵਾਲਾ ਸੀ, ਕਿਹਨੂੰ ਨਹੀਂ ਪਤਾ ਇਸ ਗੱਲ ਦਾ। ਬਿਲਕੁਲ। ਤੇ ਮੈਂ ਕਈ ਵਾਰੀ ਇਹ ਵੀ ਕਹਿ ਦਿੰਦਾ ਵੀ ਉੱਥੇ, ਮੇਰਾ ਇੱਕ ਮਿੱਤਰ ਕਹਿੰਦਾ ਭੋਗਲ ਉੱਥੇ ਯਾਰ ਸਿਸਟਮ ਕੋਈ ਨਹੀਂ, ਮੈਂ ਕਿਹਾ ਉੱਥੇ ਵਰਗਾ ਦਾ ਸਿਸਟਮ ਹੀ ਨਹੀਂ ਦੁਨੀਆ 'ਚ ਕਿਤੇ ਵੀ। ਉਹ ਹੈਰਾਨ ਹੋ ਗਿਆ ਤੇ ਕਹਿੰਦਾ ਉਹ ਸਿਸਟਮ ਕਿਹੜਾ ਜਿਹੜਾ ਦੁਨੀਆ 'ਚ ਨਹੀਂ। ਮੈਂ ਕਿਹਾ ਉਹ ਸਿਸਟਮ ਹੈਗਾ ਚੁੱਪ ਕਰ ਚਾਚਾ, ਤੂੰ ਵੀ ਚੋਰ ਤੇ ਮੈਂ ਵੀ ਚੋਰ। ਤੇ ਅੱਜ ਉਹ ਸਾਬਤ ਨਹੀਂ ਹੋ ਗਿਆ ਭਾਈ ਅਮਰਪ੍ਰੀਤ ਸਿੰਘ ਜੀ, ਹੋਗਾ ਇਹ ਢਾਂਚਾ ਸਾਬਤ ਨਹੀਂ ਹੋ ਗਿਆ ਹੁਣ ਜੀ, ਹੈ ਕਿ ਨਾ ਜੀ। ਸਾਰਿਆਂ ਦੇ ਸਾਹਮਣੇ ਹੀ ਆ ਨਾ ਵੀ ਕੀ ਹੋ ਰਿਹਾ ਸੀ ਤੇ ਅਜੇ ਗਾਹਾਂ ਕੀ ਹੋਣਾ। ਇਹ ਸਾਰਾ ਕੁਝ ਜੋ ਹੋਇਆ, ਅਗਨ ਭੇਟ ਹੋਏ ਨੇ, ਇਹ ਸਰੂਪ ਵੇਚੇ ਜਾਂਦੇ ਨੇ ਜਾਂ ਬਾਹਰ ਜਾਂਦੇ ਨੇ, ਜੋ ਕੁਝ ਵੀ ਹੋਇਆ ਅੱਜ ਤੱਕ, ਮੈਂ ਇਹ ਕਹਿਣਾ ਚਾਹੁੰਦਾ ਗੁਰੂ ਨਾਨਕ ਪਾਤਸ਼ਾਹ ਨੂੰ ਅੰਗ ਸੰਗ ਸਮਝ ਕੇ ਵੀ ਸੱਚੇ ਪਾਤਸ਼ਾਹ ਇਹ ਪਤਾ ਲੱਗ ਜਾ ਕਿ ਇਹਦੇ ਪਿੱਛੇ ਕੌਣ ਵਾ, ਇਹ ਕਰਵਾ ਕੌਣ ਰਿਹਾ ਜੀ। ਹੁਣ ਜਿਹੜੇ ਬੰਦਿਆਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਭੋਗਲ ਸਾਹਿਬ, ਜਿਹੜੇ ਬੰਦਿਆਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਹੁਣ ਇਹ ਆਣਗੇ ਨਾ ਜਿਸ ਵੇਲੇ ਮੀਡੀਆ ਦੇ ਸਾਹਮਣੇ, ਉਹ ਆਪਣਾ ਰੱਖਣਗੇ ਦਰਦ ਕਿ ਸਾਡੇ ਤੇ ਪਾਇਆ ਜਾਂਦਾ ਸੀ ਦਬਾਅ, ਕਰੋ ਦਸਤਖਤ, ਸਾਨੂੰ ਕਿਹਾ ਜਾਂਦਾ ਸੀ ਚੱਲਣ ਤੋਂ ਜਿਵੇਂ ਚੱਲਣਾ, ਗੱਲ ਤੁਹਾਡੀ ਆ ਜਾਂਦੀ ਹੈ ਚੁੱਪ ਕਰ ਮਾਮਾ, ਤੂੰ ਵੀ ਚੋਰ ਤੇ ਮੈਂ ਵੀ ਚੋਰ। ਹੁਣ ਮਾਮਾ ਜਾਂ ਚਾਚਾ ਦੇਖਣ ਤੇ ਮੈਂ ਵੀ ਚੋਰ, ਮੈਂ ਕਹੇ ਤੇ ਮੈਂ ਇਹ ਮੇਰੀ ਅੰਦਰੋਂ ਮੇਰੀ ਪਤਾ ਨਹੀਂ ਕਿਉਂ ਆਪਣੇ ਅਮਰਪ੍ਰੀਤ ਜੀ, ਕਿਉਂਕਿ ਅਸੀਂ ਗੁਰੂ ਨਾਨਕ ਦੇ ਸਿੱਖੋ, ਤਾਂ ਅੰਦਰੋਂ ਦਰਦ ਜਿਹਾ, ਇਹ ਜਿਹੜੀ ਪੀੜ ਜਿਹੀ ਆ ਨਾ ਨਿਕਲਦੀ ਅੰਦਰੋਂ, ਇਹਦੇ ਪਿੱਛੇ ਕੌਣ ਯਾਰ ਜੀ। ਇਹ ਸਾਡੇ ਇਹ ਸਿੱਖ ਪੰਥ ਨੂੰ, ਸਿੱਖ ਕੌਮ ਨੂੰ ਢਾਹ ਲਾਉਣ ਵਾਲੇ ਹੈ ਕੌਣ ਅਸਲੀ? ਇਹ ਸਾਰੇ ਭੈਣ ਭਰਾ ਜਾਣਨਾ ਚਾਹੁੰਦੇ ਨੇ, ਸਣੇ ਮੇਰੇ ਸਣੇ ਤੁਹਾਡੇ ਜੀ। ਤੇ ਇੱਕ ਰਸਤਾ ਇਹਦਾ ਸਫਾਈ ਕਰਨ ਦਾ ਰਸਤਾ ਇੱਕੋ ਇੱਕ ਜਿਹੜਾ ਮੈਂ ਪਹਿਲਾਂ ਦੱਸ ਦਿੱਤਾ, ਕਿਉਂਕਿ ਉਹ ਸਾਡਾ ਸਿਧਾਂਤ ਵਾ ਜੀ, ਉਹ ਸਾਡੀ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਆ, ਇਹ ਪੰਥ ਦੀ ਆਈਡੀਓਲੋਜੀ ਆ। ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਜਾਣਾ ਜੀ, ਪੰਥ ਵਸੇ ਮੈਂ ਉਜੜਾਂ ਦੇ ਪਹਿਰੇਦਾਰ ਬਣ ਜਾਣਾ, ਇਹ ਸਾਡਾ ਸਿਧਾਂਤ ਵਾ। ਜਦੋਂ ਅਮਨਪ੍ਰੀਤ ਸਿੰਘ ਜੀ ਅਸੀਂ ਮੰਨ ਕਰਕੇ ਇਮਾਨਦਾਰੀ ਦੇ ਇਸ ਸਿਧਾਂਤ ਤੇ ਚੱਲਾਂਗੇ ਤੇ ਸਾਡੇ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ, ਅੱਖ ਭਰ ਕੇ ਨਹੀਂ ਦੇਖ ਸਕਦਾ, ਸਾਡਾ ਕੋਈ ਵਾਰ ਵਿੰਗਾ ਨਹੀਂ ਕਰ ਸਕਦਾ। ਬਿਲਕੁਲ, ਧੰਨਵਾਦ ਭੋਗਲ ਸਾਹਿਬ, ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਬੈਠ ਕੇ ਆਪਣਾ ਸਮਾਂ ਦਿੱਤਾ ਤੇ ਇਸ ਪ੍ਰੋਗਰਾਮ ਨੂੰ ਸੁਣਿਆ, ਤੇ ਧੰਨਵਾਦ ਕਰਦੇ ਹਾਂ ਤੇਜਿੰਦਰ ਸਿੰਘ ਹੋਣਾ ਦਾ, ਭੋਗਲ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਾਣਕਾਰੀ ਸਾਂਝੀ ਕੀਤੀ। ਬਹਿਰਾਲ ਅਜਿਹੇ ਮੁੱਦੇ ਜਿਸ ਵੇਲੇ ਸਾਹਮਣੇ ਆਉਂਦੇ ਨੇ, ਉਸ ਦੇ ਵਿੱਚ ਇਹ ਵੇਖਣਾ ਬੇहद ਜ਼ਰੂਰੀ ਬਣਦਾ ਹੈ ਕਿ ਜੋ ਕਾਰਵਾਈ ਹੋ ਰਹੀ ਹੈ ਉਸ ਦਾ ਹੁਣ ਆਖਰੀ ਟੀਚਾ ਕੀ ਹੋਏਗਾ। ਇਹ ਕਾਰਵਾਈ ਕਿੰਨੀ ਸਖਤੀ ਦੇ ਨਾਲ ਲਾਗੂ ਵੀ ਕੀਤੀ ਜਾਏਗੀ, ਜਾਂ ਅੱਜ ਜੋ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਹਿ ਦਿੱਤੀਆਂ ਗਈਆਂ ਨੇ, ਕੱਲ ਨੂੰ ਇਸ ਦੇ ਉੱਤੇ ਅਮਲ ਕੀਤਾ ਵੀ ਜਾਏਗਾ ਜਾਂ ਨਹੀਂ। ਧੰਨਵਾਦ ਕਰਦੇ ਸਾਡੇ ਸਾਰੇ ਦਰਸ਼ਕਾਂ ਦਾ ਜੋ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਨਾਲ ਹੋਰ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰਾਂਗੇ। ਅਗਲੇ ਹਫਤੇ ਹੋਵਾਂਗੇ ਹਾਜ਼ਰ, ਕੱਲ ਸ਼ਾਮੀ ਵੀ 8 ਵਜੇ ਤੁਹਾਡੇ ਨਾਲ ਕਰਾਂਗੇ ਦਰਸ਼ਨ। ਸਤਿ ਸ਼੍ਰੀ ਅਕਾਲ। ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਠੇ ਮਾਮਲੇ ਨੂੰ ਜਾਂਚ ਕਰਨ ਸੰਬੰਧੀ ਔਰ ਸਮੁੱਚੀ ਅੰਤਰ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਾਂਚ ਕਮਿਸ਼ਨ ਦੇ ਮੁਖੀ ਡਾਕਟਰ ਈਸ਼ਰ ਸਿੰਘ ਐਡਵੋਕੇਟ, ਬੀਬੀ ਹਰਪ੍ਰੀਤ ਕੌਰ ਐਡਵੋਕੇਟ, ਬੀਬੀ ਹਰਲੀਨ ਕੌਰ ਸੀਏ ਦਾ ਉਚੇਚੇ ਤੌਰ 'ਤੇ ਡੂੰਘਾਈ ਨਾਲ ਜਾਂਚ ਕਰਨ ਵਾਸਤੇ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ
ਅਤੇ ਇਸ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਸਮੁੱਚੀ ਦੇਖਭਾਲ, ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਅਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਰਬ ਸਾਂਝੀ ਬਾਲਤਾ ਦੇ ਉਦੇਸ਼ ਨੂੰ ਪੁੱਜਦਾ ਕਰਨਾ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੈਂਬਰ, ਅਧਿਕਾਰੀ, ਕਰਮਚਾਰੀ ਅਤੇ ਸੰਸਥਾ ਨਾਲ ਜੁੜਿਆ ਹਰ ਵਿਅਕਤੀ ਆਪਣੇ ਫਰਜ਼ਾਂ ਅਤੇ ਅਧਿਕਾਰਾਂ ਦੀ ਪਹਿਚਾਣ ਕਰੇ। ਮੌਜੂਦਾ ਮਸਲੇ ਨੇ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਸਵੈ ਪੜਚੋਲ ਕਰਨ ਤੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਚੇਤੰਨ ਹੋਣ ਵਾਸਤੇ ਝੰਜੋੜਿਆ ਹੈ। ਸੰਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਾਹਿਬਾਨ ਤੇ ਗੁਰੂ ਘਰ ਦੀ ਸੇਵਾ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਅਨੁਸਾਰ ਹੇਠ ਲਿਖੇ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਸਰਦਾਰ ਕਮਲਜੀਤ ਸਿੰਘ ਜੀ CGL ਸਹਾਇਕ ਸੁਪਰਵਾਈਜ਼ਰ ਜੋ ਪਹਿਲਾਂ ਸੇਵਾ ਮੁਕਤ ਹੋ ਚੁੱਕਾ ਹੈ, ਇਹਨਾਂ ਦੇ ਫੰਡ ਸਰਦਾਰ ਕਮਲਜੀਤ ਸਿੰਘ ਜੀ CGL ਸਹਾਇਕ ਸੁਪਰਵਾਈਜ਼ਰ ਜੋ ਪਹਿਲਾਂ ਸੇਵਾ ਮੁਕਤ ਹੋ ਚੁੱਕਾ ਹੈ, ਇਹਨਾਂ ਦੇ ਫੰਡ ਰਿਲੀਜ਼ ਕਰਨ ਤੋਂ ਤੁਰੰਤ ਰੋਕ ਲਗਾਈ ਜਾਂਦੀ ਹੈ ਤਾਂ ਜੋ ਬਣਦੀ ਰਿਕਵਰੀ ਕੀਤੀ ਜਾ ਸਕੇ ਅਤੇ ਰਿਕਾਰਡ ਵਿੱਚ ਹੇਰਾਫੇਰੀ, ਖੁਰਦ-ਬੁਰਦ, ਧੋਖਾਧੜੀ ਦਾ ਫੌਜਦਾਰੀ ਪਰਚਾ ਦਰਜ ਕਰਵਾਇਆ ਜਾਵੇਗਾ। ਬਾਜ ਸਿੰਘ ਕਲਰਕ, ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ। ਇਸ ਦੇ ਖਿਲਾਫ ਸਰਦਾਰ ਕਮਲਜੀਤ ਸਿੰਘ ਦੇ ਨਾਲ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਸਰਦਾਰ ਗੁਰਬਚਨ ਸਿੰਘ ਮੀਤ ਸਕੱਤਰ, ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਉਪਰੋਕਤ ਦੋਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਦਲਵੀਰ ਸਿੰਘ ਹੈਲਪਰ, ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ। ਇਹਨਾਂ ਤਿੰਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਕੁਲਵੰਤ ਸਿੰਘ ਜਿਲਦਸਾਜ, ਸਰਦਾਰ ਜਸਪ੍ਰੀਤ ਸਿੰਘ ਜਿਲਦਸਾਜ, ਇਹਨਾਂ ਦਾ ਜਿਲਦਾਂ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ। ਸਤਿੰਦਰ ਸਿੰਘ ਮੀਤ ਸਕੱਤਰ ਫਾਈਨਾਂਸ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਨਿਸ਼ਾਨ ਸਿੰਘ ਮੀਤ ਸਕੱਤਰ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਰੂਪ ਸਿੰਘ ਜੀ ਮੁੱਖ ਸਕੱਤਰ, ਇਹਨਾਂ ਵੱਲੋਂ ਆਪਣੇ ਅਹੁਦੇ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਜੋ ਪ੍ਰਵਾਨ ਕੀਤਾ ਜਾਂਦਾ ਹੈ। ਇਹਨਾਂ ਉੱਤੇ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਸਰਦਾਰ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ, ਇਹ ਅਹੁਦੇ ਦੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਰਹੇ। ਇਹਨਾਂ ਦਾ ਹੇਠਲੇ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਤੋੜ-ਮੋੜ ਕਰਨ ਦਾ ਪਤਾ ਲੱਗਣ ਦੇ ਬਾਵਜੂਦ ਕੋਈ ਐਕਸ਼ਨ ਨਾ ਲੈਣਾ ਮੁਲਾਜ਼ਮਾਂ ਨਾਲ ਮਿਲੀ ਭੁਗਤ ਦਾ ਸੰਕੇਤ ਦਿੰਦਾ ਹੈ। ਉਂਝ ਵੀ ਸੰਸਥਾ ਦਾ ਮੁੱਖ ਪ੍ਰਸ਼ਾਸਕ ਹੋਣ ਕਰਕੇ ਜ਼ਿੰਮੇਵਾਰ ਹੈ। ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਤਿੰਦਰ ਸਿੰਘ ਕੋਹਲੀ, ਚਾਰਟਰਡ ਅਕਾਊਂਟ SS ਕੋਹਲੀ ਐਂਡ ਐਸੋਸੀਏਟਸ, ਇਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਿਲਾਫ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੁਝਾਰ ਸਿੰਘ ਸਹਾਇਕ ਅਕਾਊਂਟੈਂਟ, ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ, ਇਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ। ਸਰਦਾਰ ਪਰਮਜੀਤ ਸਿੰਘ ਜੀ ਇੰਚਾਰਜ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇੱਕ ਗੁਰਮੁਖ ਸਿੰਘ ਸੁਪਰਵਾਈਜ਼ਰ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਅਗਲੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਨਰਲ ਸਕੱਤਰ ਸਾਹਿਬ ਦੀ ਅਗਵਾਈ ਵਿੱਚ ਇੱਕ ਸਬ ਕਮੇਟੀ ਬਣਾਈ ਜਾਵੇਗੀ ਜੋ ਸਾਰੇ ਕਾਨੂੰਨੀ ਪੱਖਾਂ ਤੇ ਦੂਜੇ ਪੱਖਾਂ ਨੂੰ ਲੈ ਕੇ ਜਿਹੜਾ ਇਹ ਦੇਖਣਗੇ ਤੇ ਪਰਚੇ ਦਰਜ ਕਰਵਾਉਣਗੇ। ਬੋਲੇ ਸੋ ਨਿਹਾਲ
ਸੋ ਨਿਹਾਲ। ਸਤਿ ਸ੍ਰੀ ਅਕਾਲ।